पटियाला तो जुड़ चुके ने। दीप जी प्रोग्राम च जी आया स्वागत। बहुत शुक्रिया जी। और रंग परदेसी प्रोग्राम सुन रहे सारे सत्कारी श्रोतिਆਂ ਨੂੰ पूरी टीम ਨੂੰ ਮੇਰੇ ਵੱਲੋਂ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਬਿਲਕੁਲ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਬੜੀ ਹੀ ਪਿਆਰੀ ਕਹਾਣੀ ਅਸੀਂ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਹਦੇ 'ਚ ਪਿੰਡ ਦੇ ਮਾਹੌਲ ਨੂੰ ਤੁਸੀਂ ਮਹਿਸੂਸ ਕਰੋਗੇ, ਰਿਸ਼ਤਿਆਂ ਦੀ ਗੱਲ ਹੋਵੇਗੀ ਤੇ ਇੱਕ ਬੜਾ ਪਿਆਰਾ ਸੁਨੇਹਾ ਵੀ ਹੋਵੇਗਾ ਤੇ ਨਾਲ ਹੀ ਸਾਡਾ ਸਵਾਲ ਵੀ ਹੋਏਗਾ ਤੁਹਾਡੇ ਸਾਰਿਆਂ ਲਈ। ਹਾਂ ਸੋ ਬਿਲਕੁਲ ਜੀ। ਸੋ ਤੁਸੀਂ ਸੰਦੀਪ ਦੀ ਸਟੋਰੀ ਸੁਣ ਕੇ ਤੇ ਬਾਅਦ 'ਚ ਸੰਦੀਪ ਦੇ ਸਵਾਲ ਦੇ ਜਵਾਬ ਦੇਣੇ ਆ ਤਾਂ ਫਿਰ ਨੰਬਰ ਪਹਿਲਾਂ ਹੀ ਲਿਖ ਲਓ, ਬਾਅਦ 'ਚ ਤੁਸੀਂ ਫਿਰ ਕੰਪਲੇਨ ਕਰਦੇ ਹੋ ਫੋਨ ਕਰਕੇ ਕਿ ਵੀ ਨੰਬਰ ਨਹੀਂ ਬੋਲਿਆ। ਤਾਂ ਲਿਖੋ ਹੁਣ 905 601 1350। ਸੋ 905601 1350 905 601 1350 ਸਾਡੇ ਸਟੂਡੀਓ ਦੇ ਨੰਬਰ ਨੇ ਕਾਲ ਕਰਨ ਵਾਸਤੇ। ਤੇ ਜੇ ਤੁਸੀਂ ਕਾਰ ਤੋਂ ਬਾਹਰ ਜਾ ਰਹੇ ਹੋ ਜਾਂ ਫਿਰ ਤੁਹਾਡੇ ਘਰੇ ਰੇਡੀਓ ਨਹੀਂ ਹੈਗਾ, ਤੁਸੀਂ ਘਰੋਂ ਸੁਣਨਾ ਤਾਂ ਫੋਨ ਦੇ ਉੱਪਰੋਂ ਪ੍ਰੋਗਰਾਮ ਫਿਰ 647 1350। ਸੋ 647 564 1350 ਡਾਇਲ ਕਰਕੇ ਵੀ ਜਿਹੜਾ ਕੈਨੇਡਾ ਦੇ ਵਿੱਚੋਂ ਪ੍ਰੋਗਰਾਮ ਦਾ ਜੀ। ਔਰ ਇਸ ਸੈਗਮੈਂਟ ਨੂੰ ਸਪਾਂਸਰ ਕਰ ਰਹੇ ਨੇ ਜੀ ਮੈਟਰੋ ਕਾਊਂਟਰ ਟੌਪ ਇੰਕ ਵਾਲੇ। ਸੋ ਅਗਰ ਤੁਸੀਂ ਜਿਹੜੇ ਨੇ ਕਾਊਂਟਰ ਟੌਪ ਲਵਾਉਣੇ ਨੇ ਗ੍ਰੇਨਾਈਟ ਕੁਆਰਟਸ ਦੇ ਤਾਂ ਬੈਸਟ ਆਫ ਦਾ ਬੈਸਟ ਪ੍ਰਾਈਸ ਤੁਹਾਨੂੰ ਆਫਰ ਕਰਨਗੇ, ਕਿਉਂਕਿ ਹੋਲਸੇਲ ਦਾ ਕੰਮ ਇਹ ਕਰਦੇ ਨੇ। ਖੁਦ ਦੇ ਇੰਸਟਾਲਰ ਨੇ ਜਿਨ੍ਹਾਂ ਕੋਲ ਬਿੱਟੂ ਢਾਲੀਵਾਲ ਜਾਂ ਫਿਰ ਗੁਰਵਿੰਦਰ ਬਾਜਵਾ, ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਆ 647 533 2084। ਤੇ ਮੈਗਨਮ ਕਿਚਨ ਵਾਲੇ ਵੀ ਸਾਡੇ ਇਸ ਸੈਗਮੈਂਟ ਦੇ ਸਪਾਂਸਰ ਨੇ ਜੀ। ਤੁਸੀਂ ਹਾਈ ਐਂਡ ਕਿਚਨ ਤਿਆਰ ਕਰਵਾਉਣੀ ਆ ਜਾਂ ਫਿਰ ਤੁਸੀਂ ਜਿਹੜਾ ਜੀ ਆਪਣੇ ਬਜਟ ਦੇ ਵਿੱਚ ਕਿਚਨ ਤਿਆਰ ਕਰਵਾਉਣੀ ਆ, ਵੁੱਡ ਵਰਕਿੰਗ ਦਾ ਕੋਈ ਵੀ ਕੰਮ ਕਰਾਉਣਾ ਹੋਵੇ ਤਾਂ ਤੁਸੀਂ ਯਾਦ ਕਰਨਾ ਮੈਗਨਮ ਕਿਚਨ ਵਾਲਿਆਂ ਨੂੰ। ਹਰਜੀਤ ਗਿੱਲ ਜਾਂ ਫਿਰ ਅਵਤਾਰ ਟਿਵਾਣਾ, ਇਹਨਾਂ ਦਾ ਨੰਬਰ 416 804 0946 ਦੇ ਉੱਤੇ ਤੁਸੀਂ ਸੰਪਰਕ ਕਰ ਲੈਣਾ ਜੀ। ਲਓ ਜੀ ਫਿਰ ਆਪਣੇ ਰੇਡੀਓ ਦੇ ਵੋਲਿਊਮ ਬਟਨ ਨੂੰ ਕਰ ਲਓ ਅਪ ਤੇ ਹੋ ਜਾਓ ਇੱਕ ਮਨ ਤੇ ਇੱਕ ਚਿੱਤ। ਤੇ ਕਹਾਣੀ ਸੈਗਮੈਂਟ ਲੈ ਕੇ ਹਾਜ਼ਰ ਹੋ ਚੁੱਕੇ ਨੇ ਸੰਦੀਪ ਕੌਰ ਜੀ ਪਟਿਆਲਾ ਸ਼ਹਿਰ ਤੋਂ ਜੀ। ਜੀ ਅੱਜ ਦੀ ਕਹਾਣੀ ਜਿਸਦਾ ਸਿਰਲੇਖ ਹੈ ਘਰ ਘਾਟ ਤੇ ਇਸ ਕਹਾਣੀ ਦੇ ਲੇਖਕ ਹਨ ਦਵਿੰਦਰ ਸਿੰਘ ਜੌਹਲ। ਪੇਸ਼ ਹੈ ਜੀ ਅੱਜ ਦੀ ਕਹਾਣੀ। ਜੋਗਿੰਦਰ ਸਿੰਘ ਪਹਿਲੇ ਵੇਲਿਆਂ 'ਚ ਫੌਜ 'ਚ ਭਰਤੀ ਹੋਇਆ ਸੀ। ਉਹਨਾਂ ਵੇਲਿਆਂ 'ਚ ਜਦੋਂ ਸਿਰਫ ਸਰੀਰਕ ਯੋਗਤਾ ਦੇ ਬਲ ਤੇ ਨੌਕਰੀ ਮਿਲ ਜਾਂਦੀ ਸੀ, ਰਿਸ਼ਵਤ ਜਾਂ ਸਿਫਾਰਿਸ਼ ਦੀ ਲੋੜ ਨਹੀਂ ਸੀ ਪੈਂਦੀ। ਵਿਆਹ ਤੋਂ ਬਾਅਦ ਉਹਨੇ ਨੌਕਰੀ ਛੱਡਣ ਦੀ ਕੋਸ਼ਿਸ਼ ਵੀ ਕੀਤੀ, ਪਰ ਫੌਜ ਵਾਲੇ ਘਰੋਂ ਲੈ ਗਏ ਸਨ ਆ ਕੇ। ਫਿਰ ਕਈ ਦਿਨ ਪਿੱਠ ਤੇ ਭਾਰ ਚੁੱਕ ਕੇ ਤੁਰਨ ਦੀ ਸਜ਼ਾ ਤੇ ਲੂਣ ਵਾਲਾ ਪਾਣੀ ਪਿਆ ਪਿਆ ਕੇ ਅਕਲ ਟਿਕਾਣੇ ਲੈ ਆਉਂਦੇ ਸੀ ਆਰਮੀ ਵਾਲਿਆਂ ਨੇ। ਜਿਵੇਂ ਕਿਵੇਂ ਔਖਾ ਸੌਖਾ ਹਵਲਦਾਰੀ ਦੀ ਪੈਨਸ਼ਨ ਲੈ ਕੇ ਮੁੜਿਆ ਸੀ ਉਹ, ਤੇ ਨਾਲ ਹੀ ਪੱਕਾ ਨਾਂ ਵੀ ਕਮਾ ਲਿਆ ਸੀ, ਹੌਲਦਾਰ। ਵਿਆਹ 25 ਸਾਲ ਦੀ ਉਮਰ ਦੇ ਇਰਦ ਗਿਰਦ ਪਹੁੰਚ ਕੇ ਹੋਇਆ ਸੀ ਉਹਦਾ, ਤੇ ਰੱਬ ਸਬੱਬੀ ਉਹਦੀ ਜੀਵਨ ਸਾਥਣ ਦਾ ਨਾਮ ਵੀ ਜੋਗਿੰਦਰ ਕੌਰ ਹੀ ਸੀ। ਬੜੀ ਵਧੀਆ ਜੋੜੀ ਸੀ ਉਹਨਾਂ ਦੇ। ਜੋਗਿੰਦਰ ਕੌਰ ਬੜੀ ਨੇਕ ਸੁਭਾਅ ਦੀ ਸੀ ਤੇ ਜੋਗਿੰਦਰ ਸਿੰਘ ਵੀ ਪਿਆਰ ਕਰਨ ਵਾਲਾ, ਖਿਆਲ ਰੱਖਣ ਵਾਲਾ ਪਤੀ ਸੀ। ਕਦੀ ਵੀ ਕਿਹਾ ਸੁਣੀ ਨਹੀਂ ਸੀ ਹੋਈ ਉਹਨਾਂ ਦੇ ਦਰਮਿਆਨ। ਜੇ ਕੋਈ ਕਮੀ ਸੀ ਤਾਂ ਸਿਰਫ ਔਲਾਦ ਦੀ। ਲੱਖ ਯਤਨਾਂ ਤੋਂ ਬਾਅਦ ਵੀ ਸੰਤਾਨ ਨਹੀਂ ਸੀ ਹੋਈ ਉਹਨਾਂ ਦੇ। ਜਦੋਂ ਕਿਸੇ ਪਾਸਿਓਂ ਵੀ ਕੋਈ ਆਸ ਨਾ ਰਹੀ ਤਾਂ ਜੋਗਿੰਦਰ ਕੌਰ ਦੇ ਭਰਾ ਨੇ ਆਪਣੀ ਸਭ ਤੋਂ ਛੋਟੀ ਧੀ ਬਲਵੀਰ ਉਹਨਾਂ ਦੀ ਝੋਲੀ ਪਾ ਦਿੱਤੀ, ਜਿਸਨੂੰ ਉਹਨਾਂ ਦੋਹਾਂ ਜੀਆਂ ਨੇ ਬੜੇ ਲਾਡਾਂ ਦੇ ਨਾਲ ਪਾਲਿਆ, 10ਵੀਂ ਤੱਕ ਪੜ੍ਹਾਇਆ ਤੇ ਨੇੜਲੇ ਪਿੰਡ ਹੀ ਚੰਗਾ ਘਰ-ਬਾਰ ਵੇਖ ਕੇ ਵਿਆਹ ਵੀ ਕਰ ਦਿੱਤਾ। ਜ਼ਮੀਨ ਤਾਂ ਮਸਾਂ ਗੁਜ਼ਾਰੇ ਜੋਗੀ ਸੀ ਹੌਲਦਾਰ ਦੀ, ਪਰ ਪੈਨਸ਼ਨ ਨਾਲ ਸੋਹਣਾ ਨਿਰਬਾਹ ਹੋ ਜਾਂਦਾ ਸੀ। ਸਾਰਾ ਦਿਨ ਵਿਹਲਾ ਰਹਿਣਾ ਮੁਸ਼ਕਿਲ ਸੀ, ਸੋ ਉਹਨੇ ਜ਼ਮੀਨ ਠੇਕੇ ਤੇ ਦੇ ਕੇ ਥੋੜੀ ਕੁ ਨੁੱਕਰ ਪੱਠੇ ਦੱਥੇ ਦੇ ਲਈ ਰੱਖ ਲਈ ਸੀ ਤੇ ਇੱਕ ਚੰਗੇ ਰਵੇ ਦੀ ਮੱਝ ਰੱਖ ਲਈ ਸੀ। ਜੋਗਿੰਦਰ ਨੂੰ ਗੱਲਾਂ ਕਰਨ ਦਾ ਬੜਾ ਸ਼ੌਂਕ ਸੀ। ਘਰ ਹੁੰਦਾ ਤਾਂ ਨੌਕਰੀ ਟਾਈਮ ਦੀਆਂ ਗੱਲਾਂ ਛੇੜ ਬਹਿੰਦਾ। ਸਾਹਿਬ ਨੇ ਇਹ ਬੋਲਾ, ਸੂਬੇਦਾਰ ਨੇ ਉਹ ਕਿਹਾ, ਬਰਫਾਂ ਤੋਂ ਲੈ ਕੇ ਰੇਤਲੇ ਮੈਦਾਨਾਂ ਦੀਆਂ ਗੱਲਾਂ। ਰੇਡੀਓ ਹੀ ਬਣ ਜਾਂਦਾ ਕਈ ਵਾਰ ਤਾਂ ਹੌਲਦਾਰ। ਜੋਗਿੰਦਰ ਕੌਰ ਕਦੀ ਕਦੀ ਕਹਿ ਦਿੰਦੇ, ਬਲਵੀਰ ਦੇ ਭਾ ਇਹ ਗੱਲ ਤੇ 20 ਵਾਰੀ ਪਹਿਲਾਂ ਵੀ ਸੁਣਾਈ ਆ, ਤੂੰ ਬਸ ਵੀ ਕਰਿਆ ਕਰਨਾ। ਸੁਣ ਕੇ ਜ਼ਰਾ ਚੇਪ ਜਾਂਦਾ ਤੇ ਆਖਦਾ, ਚੱਲ ਚਾਹ ਬਣਾ ਲੈ ਭੋਰਾ, ਮੈਂ ਫਿਰ ਨਿਕਲਾਂ ਬਾਹਰ, ਮੱਝ ਕਾਲੀ ਪਈ ਆ। ਪਰ ਫਿਰ ਚੱਲ ਸੋ ਚੱਲ। ਫਿਰ ਹੌਲੀ ਹੌਲੀ ਉਹਨੇ ਰੋਜ਼ ਦਾ ਨੇਮ ਬਣਾ ਲਿਆ ਸੀ ਮੱਝ ਨੂੰ ਚਾਰ ਕੇ ਲਿਆਉਣ ਦਾ।
ਸਵੇਰ ਦੀ ਰੋਟੀ ਖਾ ਕੇ ਮੱਝ ਲੈ ਕੇ ਚਾਰਨ ਨਿਕਲ ਜਾਂਦਾ ਤੇ ਸ਼ਾਮ ਟਲੀ ਤੋਂ ਮੁੜਦਾ। ਬਾਹਰ ਹੋਰ ਕਿਸੇ ਨਾਲ ਘੱਟ ਵੱਧ ਦੀ ਗੱਲ ਕਰਦਾ ਸੀ ਉਹ, ਪਰ ਇਕੱਲਾ ਮੱਝ ਨਾਲ ਹੀ ਗੱਲਾਂ ਕਰੀ ਜਾਂਦਾ। ਬੰਦੇ ਨੂੰ ਗਾਲ ਤਾਂ ਕੱਢ ਲੈਂਦਾ ਪਿੱਠ ਪਿੱਛੇ, ਪਰ ਮੱਝ ਨੂੰ ਕਦੇ ਫਿਟੇ ਮੂੰਹ ਨਹੀਂ ਸੀ ਕਿਹਾ ਉਹਨੇ। ਅਕਲ ਕਰ ਅਕਲ, ਘਾਹ ਨਾਲ ਸਬਰ ਕਰ ਲਿਆ ਕਰ, ਕਣਕ ਨੂੰ ਮੂੰਹ ਨਾ ਮਾਰ, ਐਵੇਂ ਕੋਈ ਗੁੱਸਾ ਕਰੂਗਾ ਕਮਲੀਏ। ਤੇ ਮੱਝ ਵੀ ਜਿਵੇਂ ਗੱਲ ਸਮਝਦੀ ਸੀ ਉਹਦੀ, ਕਦੀ ਨੱਥ ਨਹੀਂ ਸੀ ਪਾਈ ਉਹਨੂੰ। ਹੌਲਦਾਰ ਨੇ ਤਾਂ ਨਾ ਹੀ ਕਦੀ ਹੱਥ 'ਚ ਸੋਟੀ ਰੱਖੀ ਸੀ ਮੋੜਨ ਲਈ। ਉਹਦੀ ਹਰ ਗੱਲ ਸਮਝਦੀ ਸੀ ਉਹ ਸ਼ਾਇਦ। ਸੇਵਾ ਇੰਨੀ ਕਰਦਾ ਸੀ ਕਿ ਮੱਝ ਤੋਂ ਮੱਖੀ ਤਿਲਕਦੀ ਸੀ। ਕੋਈ ਵੇਚਣ ਦੀ ਗੱਲ ਕਰੇ ਤਾਂ ਲੜ ਪੈਂਦਾ ਸੀ ਉਹ। ਇੱਕ ਤਰ੍ਹਾਂ ਦੇ ਨਾਲ ਉਹਦੇ ਘਰ ਦਾ ਤੀਸਰਾ ਜੀ ਸੀ ਉਹ ਵੀ। ਬਸ ਇੰਨੀ ਕੋਈ ਦੁਨੀਆ ਸੀ ਉਹਦੇ। ਜ਼ਮੀਨ ਦਾ ਠੇਕਾ, ਪੈਨਸ਼ਨ ਤੇ ਦੁੱਧ ਦੀ ਥੋੜੀ ਕੁ ਆਮਦਨ ਨਾਲ ਸੋਹਣਾ ਗੁਜ਼ਾਰਾ ਚੱਲਦਾ ਸੀ ਹੌਲਦਾਰ ਦਾ। ਉਹ ਆਪਣੀ ਦੁਨੀਆ ਵਿੱਚ ਮਸਤ ਸੀ ਤੇ ਲੋਕ ਉਹਦੀਆਂ ਗੱਲਾਂ ਵਿੱਚ, ਕਿ ਬੜਾ ਰਸੂਖ ਹੈ ਦੋਹਾਂ ਜੀਆਂ ਦਾ। ਹੋਰ ਕਿਸੇ ਵੱਲ ਤਾਂ ਵੇਂਦੇ ਹੀ ਨਹੀਂ, ਆਪਸ ਵਿੱਚ ਹੀ ਰੁੱਝੇ ਰਹਿੰਦੇ ਨੇ। ਬਲਵੀਰ ਦੇ ਬੱਚੇ ਹੋ ਗਏ ਸਨ ਤੇ ਰੁੱਝ ਗਏ ਸੀ ਆਪਣੇ ਘਰੇ, ਪਰ ਨੇੜੇ ਹੋਣ ਕਰਕੇ ਛੇਤੀ ਆ ਕੇ ਮਿਲ ਜਾਂਦੇ ਸੀ ਉਹ। ਇੰਨੇ ਨਾਲ ਘਰ 'ਚ ਰੌਣਕ ਲੱਗੀ ਰਹਿੰਦੀ ਸੀ। ਕਦੀ ਕਦੀ ਹੌਲਦਾਰ ਨੇ ਜੋਗਿੰਦਰੋਂ ਨੂੰ ਕਹਿਣਾ, ਬੀਰੀ ਕੋਲ ਚਲੀ ਜਾਵੀਂ ਜੇ ਮੈਂ ਪਹਿਲਾਂ ਤੁਰ ਗਿਆ ਤੇ ਜੋਗਿੰਦਰੋਂ ਅੱਖਾਂ ਭਰ ਆਉਂਦੀ। ਬੀਰੀ ਦੇ ਭਾ, ਰੱਬ ਦਾ ਨਾਂ ਲਿਆ ਕਰ, ਕਰਮਾਂ ਵਾਲੀਆਂ ਹੁੰਦੀਆਂ ਜਿਹੜੀਆਂ ਪਤੀ ਦੇ ਹੱਥੀ ਤੁਰ ਜਾਣ, ਬਾਅਦ ਚ ਤਾਂ ਧੱਕੇ ਧੋੜੇ ਹੀ ਹੁੰਦੇ ਆ। ਹਾਂ ਗੱਲ ਮੁੜ ਕੇ ਨਾ ਆਖੀ। ਇਹ ਸਭ ਗੱਲਾਂ ਕਰਨ ਦੀ ਕਰਕੇ ਹੀ ਕੁਦਰਤ ਆਪਣਾ ਕੰਮ ਆਪਣੇ ਤਰੀਕੇ ਦੇ ਨਾਲ ਕਰਦੀ ਰਹਿੰਦੀ। ਬੜੇ ਸੋਹਣੇ ਤਰੀਕੇ ਨਾਲ ਜ਼ਿੰਦਗੀ ਦੀ ਗੱਡੀ ਰਿੜ ਰਹੀ ਸੀ ਹੌਲਦਾਰ ਦੀ। ਫਿਰ ਇੱਕ ਦਿਨ ਸ਼ਾਮ ਨੂੰ ਉਹ ਘਰੇ ਪਰਤਿਆ ਤਾਂ ਤੇਜ਼ ਬੁਖਾਰ ਸੀ ਉਹਨੂੰ। ਜਿਵੇਂ ਕਿਵੇਂ ਮੱਝ ਕਿੱਲੇ ਬੰਨੀ ਤੇ ਮੰਜੇ ਤੇ ਢਹਿ ਪਿਆ। ਜੋਗਿੰਦਰੋਂ ਨੇ ਡਾਕਟਰ ਬੁਲਾਇਆ ਪਿੰਡ ਚੋਂ, ਦਵਾ ਦੇ ਕੇ ਚਲਾ ਗਿਆ, ਠੰਡੇ ਪਾਣੀ ਦੀਆਂ ਪੱਟੀਆਂ ਕਰਨ ਨੂੰ ਕਹਿ ਗਿਆ। ਰਾਤ ਟਿਕ ਗਿਆ ਹੌਲਦਾਰ। ਸਵੇਰੇ ਜੋਗਿੰਦਰੋਂ ਨੇ ਤੜਕੇ ਉੱਠ ਕੇ ਵੇਖਿਆ ਤਾਂ ਹੌਲਦਾਰ ਪੱਲਾ ਛੁਡਾ ਚੁੱਕਾ ਸੀ। ਜਾਣ ਲੱਗੇ ਆਵਾਜ਼ ਤੱਕ ਨਾ ਦੇ ਹੋਈ ਉਸ ਤੋਂ। ਚੁੱਪਚਾਪ ਹੀ ਕੂਚ ਕਰ ਗਿਆ ਰਾਤ ਦੇ ਹਨੇਰੇ 'ਚ। ਜੋਗਿੰਦਰੋਂ ਦੀ ਦੁਨੀਆ ਜਿਵੇਂ ਉਜੜ ਗਈ ਸੀ ਰਾਤੋਂ ਰਾਤ ਹੀ। ਦਿਨ ਚੜੇ ਸਭ ਸਾਕ ਸਕੀਰੀ 'ਚ ਸੁਨੇਹੇ ਭੇਜ ਦਿੱਤੇ ਗਏ। ਸ਼ਾਮ ਨੂੰ ਦਾਹ ਸੰਸਕਾਰ ਕਰਨਾ ਸੀ, ਪਰ ਸਭ ਹੈਰਾਨ ਸਨ। ਇੰਨਾ ਪ੍ਰੇਮ ਸੀ ਜੋਗਿੰਦਰ ਕੌਰ ਦਾ, ਕਿਤੇ ਅਥਰੂ ਨਹੀਂ ਸੀ ਡਿੱਗਾ ਉਹਦਾ। ਪੱਥਰ ਹੋ ਗਈ ਸੀ ਉਹ, ਬਿਲਕੁਲ ਸਿੱਲ ਪੱਥਰ। ਬਲਬੀਰ ਨੇ ਰੋ ਰੋ ਬੁਰਾ ਹਾਲ ਕਰ ਲਿਆ, ਪਰ ਜੋਗਿੰਦਰ ਕੌਰ ਇੱਕ ਨੁਕਰੇ ਲੱਗ ਗੁੰਮਸੁੰਮ ਪਈ ਸੀ, ਮੂੰਹ ਤੇ ਚੁੰਨੀ ਲੈ ਕੇ। ਬੰਦੇ ਹੌਲਦਾਰ ਨੂੰ ਨਹਾਉਣ 'ਚ ਰੁੱਝ ਗਏ। ਜੋਗਿੰਦਰ ਕੌਰ ਮੂੰਹ ਤੇ ਪੱਲਾ ਲੈ ਕੇ ਇੱਕ ਪਾਸੇ ਪਈ ਰਹੀ। ਅਖੀਰ ਜਦੋਂ ਹੌਲਦਾਰ ਨੂੰ ਲੈ ਕੇ ਤੁਰਨ ਲੱਗੇ ਤਾਂ ਜੋਗਿੰਦਰ ਕੌਰ ਨੂੰ ਕਿਸੇ ਔਰਤ ਨੇ ਹਿਲਾਇਆ। ਉੱਠ ਭੈਣੇ, ਮੂੰਹ ਵੇਖ ਲਾ ਜਾਂਦੀ ਵਾਰ ਦਾ, ਫੇਰ ਨਹੀਂ ਉਹਨੇ ਲੱਭਣਾ। ਪਰ ਜੋਗਿੰਦਰ ਕੌਰ ਹੁੰਦੀ ਤਾਂ ਉੱਠਦੀ। ਉਹ ਤਾਂ ਖੁਦ ਵੀ ਜਾ ਚੁੱਕੀ ਸੀ ਹੌਲਦਾਰ ਕੋਲ। ਲੜ ਨਹੀਂ ਸੀ ਛੱਡਿਆ ਉਹਨੇ, ਮਗਰੇ ਹੀ ਤੁਰ ਗਈ ਸੀ ਆਪਣੇ ਪ੍ਰੀਤਮ ਪਿਆਰੇ ਦੇ। ਦੰਦ ਜੁੜ ਗਏ ਵੇਖਣ ਵਾਲਿਆਂ ਦੇ। ਬਲਵੀਰ ਦਾ ਰੋਣਾ ਝੱਲਿਆ ਨਹੀਂ ਸੀ ਜਾ ਰਿਹਾ। ਅਖੀਰ ਇੱਕੋ ਵੇਲੇ ਦੋਵਾਂ ਦੀਆਂ ਅਰਥੀਆਂ ਉੱਠੀਆਂ। ਅਸਮਾਨ ਵੀ ਰੋ ਪਿਆ ਇਹ ਵਰਤਾਰਾ ਵੇਖ ਕੇ, ਜਦੋਂ ਭਾਈ ਸਾਹਿਬ ਨੇ ਅਰਦਾਸ 'ਚ ਇਹ ਸ਼ਬਦ ਕਹੇ, ਜਿਸ ਪਿਆਰੇ ਸਿਓ ਨੇਹ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਕਿੱਲੇ ਬੱਜੀ ਹੌਲਦਾਰ ਦੀ ਮੱਝ ਨੂੰ ਕੋਈ ਗਵਾਂਢੀ ਪੱਠੇ ਕੁਤਰ ਕੇ ਪਾ ਗਿਆ ਸੀ ਰੱਬ ਤਰਸੀ, ਪਰ ਉਹ ਪੱਠਿਆਂ ਨੂੰ ਮੂੰਹ ਨਹੀਂ ਸੀ ਲਾ ਰਹੀ। ਵਿਚਾਰੀ ਬੇਜ਼ੁਬਾਨ ਹੰਝੂ ਕੇਰ ਰਹੀ ਸੀ, ਰੋਜ਼ ਜਤਾ ਰਹੀ ਸੀ ਸ਼ਾਇਦ ਕਿ ਹੌਲਦਾਰ ਚਾਰਨ ਲਈ ਆਪ ਕਿਉਂ ਨਹੀਂ ਲੈ ਕੇ ਗਿਆ। ਉਹੀ ਘਰ ਜੋ ਬੀਤੇ ਕੱਲ ਤੱਕ ਵਸਦਾ ਰਸਦਾ ਘਰ ਸੀ, ਅੱਜ ਉਜਾੜ ਬਿਆਬਾਨ ਡਰਾਉਣਾ ਬਣ ਗਿਆ ਸੀ, ਜਿੱਥੇ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਸੀ ਰਿਹਾ। ਦੇਰ ਸ਼ਾਮ ਬਲਵੀਰ ਦੇ ਘਰ ਵਾਲੇ ਨੇ ਲਾਗੀ ਨੂੰ ਕਹਿ ਕੇ ਮੱਝ ਵੀ ਹਿੱਕ ਲਈ। ਕੌਣ ਸੀ ਇਸ ਬੇਜ਼ੁਬਾਨ ਨੂੰ ਸਾਂਭਦਾ ਹੁਣ? ਵਕਤ ਦਾ ਤਕਾਜ਼ਾ ਸੀ, ਮਜਬੂਰੀ ਸੀ। ਮੱਝ ਵੀ ਰਾਤ ਦੇ ਹਨੇਰੇ ਵਿੱਚ ਡੌਰ ਪੌਰ ਤੁਰੀ ਜਾਂਦੀ ਪਿੱਛੇ ਮੁੜ ਮੁੜ ਤੱਕਦੀ ਜਾ ਰਹੀ ਸੀ। ਸ਼ਾਇਦ ਸਮਝ ਗਈ ਸੀ ਕਿ ਇਸ ਘਰ ਮੁੜ ਕਦੀ ਫੇਰਾ ਨਹੀਂ ਪੈਣਾ। ਇਹ ਕਹਾਣੀ ਇੱਥੇ ਖਤਮ ਹੁੰਦੀ ਹੈ। ਧੰਨਵਾਦ ਜੀ। ਜੀ ਬਹੁਤ ਧੰਨਵਾਦ। ਔਰ ਹਮੇਸ਼ਾ ਦੀ ਤਰ੍ਹਾਂ ਬਾਕੀ ਇੱਕ ਰੀਅਲ ਸਟੋਰੀ, ਇੱਕ ਬਿਰਤਾਂਤ ਜੋ ਕਿ ਪਰਿਵਾਰਾਂ ਦੇ ਵਿੱਚ, ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਇਹੋ ਜਿਹਾ ਹੈਪਨ ਹੁੰਦਾ ਆ। ਔਰ ਛੋਟੇ ਛੋਟੇ ਪਰਿਵਾਰ, ਜਿਸ ਤਰ੍ਹਾਂ ਜੋਗਿੰਦਰ ਸਿੰਘ ਇੱਕ ਫੌਜੀ ਸੀਗਾ, ਰਿਟਾਇਰ ਹੋ ਕੇ ਹੌਲਦਾਰ ਆਇਆ, ਔਰ ਇਸ ਗੱਲ ਨੂੰ ਮੈਂ ਲੈ ਕੇ ਵੀ
ਮੈਨੂੰ ਯਾਦ ਹੈ ਕਿ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਫੌਜੀ ਵਿਅਕਤੀ ਹੁੰਦਾ ਸੀਗਾ, ਔਰ ਵਾਲਾ ਜਿਹੜਾ ਰਿਟਾਇਰ ਹੁੰਦਾ ਸੀ ਉਹਨੂੰ ਹਮੇਸ਼ਾ ਹੀ ਚਾਚਾ ਹੌਲਦਾਰ, ਤਾਇਆ ਹੌਲਦਾਰ ਕਹਿ ਕੇ ਪੁਕਾਰਿਆ ਜਾਂਦਾ ਸੀਗਾ। ਔਰ ਜਿਸ ਤਰ੍ਹਾਂ ਸੀਗਾ ਕਿ ਆਪਣੇ ਘਰ ਵਾਲੀ ਜੋਗਿੰਦਰ ਕੌਰ, ਉਹਦਾ ਵੀ ਸੇਮ ਨੇਮ ਸੀਗਾ। ਇੱਦਾਂ ਵੀ ਮੈਂ ਬਹੁਤ ਸਾਰੀਆਂ ਗੱਲਾਂ ਬਾਤਾਂ ਦੇਖੀਆਂ ਜਦੋਂ ਹਸਬੈਂਡ ਤੇ ਵਾਈਫ ਦਾ ਇੱਕੋ ਹੀ ਨਾਮ ਹੁੰਦਾ, ਸਿਰਫ ਪਿੱਛੇ ਸਿੰਘ ਤੇ ਕੌਰ ਹੀ ਜਿਹੜਾ ਉਹ ਚੇਂਜ ਹੁੰਦਾ ਹੈ। ਸੋ ਮੈਂ ਕਹਿੰਦਾ ਨਾ ਕਿ ਇੱਕੋ ਰਾਸ਼ੀ ਵਾਲੇ ਜਿਹੜੇ ਕਪਲ ਨੇ। ਸੋ ਖੈਰ ਇਸ ਕਹਾਣੀ ਦੇ ਵਿੱਚ ਜੋਗਿੰਦਰੋ ਦਾ ਵੀ ਬੜਾ ਸਿਦਕ ਸੀ। ਉਹਨਾਂ ਦੇ ਜਿਹੜਾ ਬੱਚਾ ਨਹੀਂ ਹੋਇਆ, ਔਰ ਉਹਨਾਂ ਨੇ ਆਪਣੇ ਰਿਸ਼ਤੇਦਾਰੀ ਆਪਣੇ ਭਰਾ ਦੀ ਜਿਹੜੀ ਧੀ ਸੀਗੀ ਬਲਵੀਰੋ, ਉਹਨਾਂ ਨੇ ਲਈ, ਔਰ ਬਲਵੀਰੋ ਨੂੰ ਉਹਨਾਂ ਨੇ ਵੱਡਾ ਕੀਤਾ, ਫਿਰ ਉਹਦਾ ਵਿਆਹ ਕੀਤਾ। ਉਸ ਦੇ ਨਾਲ ਇੱਕ ਚੀਜ਼ ਮੈਨੂੰ ਹੋਰ ਵੀ ਇੱਥੇ ਵਿਰਸੇ ਦੀ ਜਿਹੜੀ ਝਲਕ ਪਈ ਹੈ, ਉਹ ਹੈ ਪਸ਼ੂਆਂ ਨਾਲ, ਡੰਗਰਾਂ ਨਾਲ ਪਿਆਰ। ਜਿਸ ਤਰ੍ਹਾਂ ਹੈ ਤੇ ਉਹ ਲੈ ਕੇ ਜਾਂਦਾ, ਤੇ ਮੈਂ ਦੇਖਦਾ ਕਿ ਸਾਡੇ ਬਜ਼ੁਰਗ ਖੇਤਾਂ ਦੇ ਵਿੱਚ ਵਾਕਈ ਜਿਹੜੇ ਜਾਨਵਰਾਂ ਪਸ਼ੂਆਂ ਦੇ ਨਾਲ ਉਹ ਗੱਲਾਂ ਕਰਿਆ ਕਰਦੇ, ਤੇ ਲੱਗਦਾ ਸੀ ਕਿ ਪਸ਼ੂ ਵੀ ਉਹਨਾਂ ਦੀ ਜਿਹੜੀ ਬੋਲੀ ਸੀਗੀ ਉਹ ਸਮਝਦੇ ਸੀਗੇ। ਤੇ ਜਿਸ ਤਰ੍ਹਾਂ ਵੀ ਜੋਗਿੰਦਰ ਸਿੰਘ ਆਪਣੀ ਮੱਝ ਦੇ ਨਾਲ ਗੱਲਾਂ ਕਰਦਾ ਸੀਗਾ, ਤੇ ਇੱਕ ਇਹ ਵੀ ਜਿਹੜੀ ਝਲਕ ਜਿਹੜੀ ਮੈਨੂੰ ਉਹ ਦੇਖਣ ਨੂੰ ਮਿਲੀ, ਔਰ ਯਾਦ ਕੀਤਾ ਕਿ ਕਿਸ ਤਰ੍ਹਾਂ ਬਜ਼ੁਰਗ ਪਸ਼ੂਆਂ ਦੇ ਨਾਲ ਜਿਹੜੀਆਂ ਉਹ ਗੱਲਾਂ ਅਕਸਰ ਕਰਿਆ ਕਰਦੇ ਸਨ। ਸੋ ਅਖੀਰ ਦੇ ਵਿੱਚ ਜਿਹੜਾ ਹੈ ਜੀ ਇੱਕ ਦੁਖਾਂਤ ਜਿਹੜਾ ਹੈ ਕਿ ਜਦੋਂ ਕਈ ਵਾਰੀ ਬਜ਼ੁਰਗ ਇੰਨੇ ਸਾਲਾਂ ਦੇ ਰਿਸ਼ਤੇ ਤੋਂ ਬਾਅਦ ਤੁਰਦੇ ਆ, ਸੋ ਸਰੋਤਿਆਂ ਨੂੰ ਵੀ ਇਸ ਤਰ੍ਹਾਂ ਦੀ ਉਦਾਹਰਨਾਂ ਸ਼ਾਇਦ ਪਤਾ, ਇੱਕ ਬਜ਼ੁਰਗ ਤੁਰਦਾ ਹੈ ਤੇ ਉਸ ਤੋਂ ਬਾਅਦ ਉਹਦਾ ਜੀਵਨ ਸਾਥੀ ਵੀ ਕੋਈ ਬਹੁਤਾ ਸਮਾਂ ਬਚਦਾ ਨਹੀਂ ਹੈ, ਉਹ ਵੀ ਮਤਲਬ ਉਹਦੇ ਪਿੱਛੇ ਜਿਹੜਾ ਆ ਉਸੇ ਤਰ੍ਹਾਂ ਚਲੇ ਜਾਂਦਾ। ਸੋ ਬੜੀ ਅੱਛੀ ਕਹਾਣੀ, ਹਮੇਸ਼ਾ ਦੀ ਤਰ੍ਹਾਂ ਇੱਕ ਬਿਲਕੁਲ ਰਿਐਲਿਟੀ ਦੀ ਝਲਕ ਪਾਉਂਦੀ ਹੋਈ ਇੱਕ ਕਹਾਣੀ ਹੈ। ਕਿਉਂ ਰਾਜਵੀਰ? ਬਿਲਕੁਲ ਜੀ ਸੁਖਦੇਵ ਤੇ ਸੰਦੀਪ, ਬਹੁਤ ਸੋਹਣੀ ਕਹਾਣੀ ਤੇ ਪੇਸ਼ਕਸ਼ ਜਿਹੜੀ ਆ ਉਸ ਤੋਂ ਵੀ ਖੂਬਸੂਰਤ। ਬਿਲਕੁਲ ਸਾਡਾ ਵਿਰਸਾ ਜਿਹੜਾ ਆ ਇਹਦੇ ਵਿੱਚ ਦਿਖਿਆ। ਸੋ ਜਿਵੇਂ ਕਿ ਉਹਨਾਂ ਦੀ ਮੱਝ ਜਿਹੜੀ ਸੀ, ਉਹਦੇ ਨਾਲ ਬਹੁਤ ਸਾਰਾ ਪਿਆਰ, ਉਹਦੇ ਨਾਲ ਗੱਲਾਂ, ਬਾਕੀ ਲੋਕਾਂ ਨੂੰ ਉਹ ਗਾਲ ਵੀ ਕੱਢ ਦਿੰਦਾ ਸੀ, ਪਰ ਆਪਣੀ ਪਿਆਰੀ ਮੱਝ ਨੂੰ ਉਹ ਬਿਲਕੁਲ ਗਾਲ ਵੀ ਨਹੀਂ ਸੀ ਕੱਢ ਸਕਦਾ। ਸੋ ਪਸ਼ੂ ਜਿਹੜੇ ਨੇਗੇ ਉਹ ਵੀ ਐਵੇਂ ਪਿਆਰ ਨਾਲ ਸਾਡੇ ਪੰਜਾਬ ਦੇ ਵਿੱਚ ਮਾਣ ਮਹਿਸੂਸ ਕਰਦੇ ਆ ਪੰਜਾਬੀ ਹੋਣ ਦਾ, ਕਿ ਸਾਡੇ ਪੰਜਾਬ ਦੇ ਵਿੱਚ ਪਸ਼ੂਆਂ ਨੂੰ ਵੀ ਪਿਆਰ ਨਾਲ ਪਾਲਿਆ ਜਾਂਦਾ। ਤੇ ਉਹ ਤਾਂ ਫਿਰ ਉਹਦੀ ਵਾਈਫ ਸੀਗੀ, ਤੇ ਜਿਹਦੇ ਨਾਲ ਉਹਨੇ ਸਾਥ ਨਿਭਾਇਆ, ਤੇ ਨਾਲ ਦੀ ਨਾਲ ਹੀ ਉਹ ਵੀ ਉਸੇ ਸਮੇਂ ਤੇ ਚਲ ਗਈ। ਸੋ ਬਹੁਤ ਹੀ ਖੂਬਸੂਰਤ ਤੇ ਬਹੁਤ ਹੀ ਪਿਆਰ ਵਾਲੀ ਜਿਹੜੀ ਇਹ ਕਹਾਣੀ ਹੈ। ਜੀ ਸੰਦੀਪ ਜੀ। ਜੀ ਬਿਲਕੁਲ, ਔਰ ਤੁਸੀਂ ਬਹੁਤ ਸੋਹਣੀ ਵਿਆਖਿਆ ਜਿਹੜੀ ਇਸ ਕਹਾਣੀ ਦੇ ਉੱਤੇ ਕਰ ਦਿੱਤੀ ਹੈ। ਪਰ ਬਾਕੀ ਜਿਹੜੀ ਜ਼ਿੰਦਗੀ ਹੈ, ਜਿਵੇਂ ਤੁਸੀਂ ਕਿਹਾ ਕਿ ਜ਼ਿੰਦਗੀ ਜਿਹੜੀ ਹੈ ਨਾ ਇੰਨੀ ਖੂਬਸੂਰਤ ਕਈ ਵਾਰੀ ਲੱਗਦੀ ਆ, ਔਰ ਇਸ ਦੇ ਵਿੱਚ ਦੁੱਖ ਵੀ ਹੈ, ਸੁੱਖ ਵੀ ਹੈ, ਪਰ ਅੰਤ ਦੇ ਵਿੱਚ ਜਿਹੜੀ ਚੀਜ਼ ਮੈਨੂੰ ਲੱਗੀ ਇਸ ਕਹਾਣੀ ਦੇ ਵਿੱਚ ਕਿ ਘਰ ਜਿਹੜੇ ਨੇ ਉਹ ਘਰ ਸਿਰਫ ਜਿਹੜੇ ਰਹਿਣ ਵਾਲੇ ਹੁੰਦੇ ਨੇ ਨਾ, ਅਸਲ ਦੇ ਨਾਲ ਉਹਨਾਂ ਦੇ ਨਾਲ ਘਰ ਬਣਦੇ ਨੇ, ਜਿਉਂਦੇ ਵਸਦੇ ਨੇ, ਨਹੀਂ ਤੇ ਜਿਹੜੇ ਘਰ ਨੇ ਉਹ ਘਾਟ ਹੋ ਜਾਂਦੇ ਨੇ। ਸਿਰਫ ਇੱਟਾਂ ਸੀਮੈਂਟ ਦਾ ਜਿਹੜਾ ਢਾਂਚਾ ਹੈ ਜਾਂ ਜੋੜ ਤੋੜ ਹੈ ਉਹੀ ਬਣ ਕੇ ਰਹਿ ਜਾਂਦਾ। ਉਹ ਘਾਟ ਉਸ ਤਰ੍ਹਾਂ ਜਿੱਥੇ ਅਸੀਂ ਰੁਕਦੇ ਹਾਂ, ਥੋੜਾ ਜਿਹਾ ਬਹੁਤਾ ਅਰਸਾ ਆਪਣੀ ਜ਼ਿੰਦਗੀ ਦੇ ਪਲ ਬਿਤਾਉਂਦੇ ਹਾਂ, ਅਖੀਰ ਨੂੰ ਸਾਨੂੰ ਸਾਰਿਆਂ ਨੂੰ ਤੁਰਨਾ ਪੈਂਦਾ, ਚੈੱਕ ਆਊਟ ਕਰਨਾ ਪੈਂਦਾ ਨਾ। ਸਾਡੇ ਜਿਹੜੇ ਸਵਾਸਾਂ ਦੀ ਪੂੰਜੀ ਆ ਇਹਦੇ ਰੂਪ ਦੇ ਵਿੱਚ ਬਣਦਾ, ਸਾਨੂੰ ਕਿਰਾਇਆ ਦੇ ਕੇ ਇੱਥੋਂ ਲੰਘਣਾ ਪੈਂਦਾ। ਫਿਰ ਸਾਡੀ ਜਗ੍ਹਾ ਕੋਈ ਹੋਰ ਮੁਸਾਫਿਰ ਆ ਜਾਂਦਾ, ਕੁਝ ਸਮਾਂ ਹੋਰ ਬਿਤਾਉਂਦਾ ਇੱਥੇ ਆ ਕੇ, ਆਪਣੇ ਅਰਮਾਨਾਂ ਦੀ ਗੱਠੜੀ ਲੈ ਕੇ ਅਸੀਂ ਚੱਲਦੇ ਹਾਂ। ਸੋ ਇਹ ਜ਼ਿੰਦਗੀ ਆ, ਵੀ ਜ਼ਿੰਦਗੀ ਚੱਲਣ ਦਾ ਨਾਮ ਹੈ। ਔਰ ਘਰ ਘਾਟ ਤੋਂ ਨਾ ਮੈਨੂੰ ਇੱਕ ਹੋਰ ਚੀਜ਼ ਜਿਹੜੀ ਆ ਉਹ ਇਹਦੇ ਵਿੱਚ ਲੱਗੀ ਸੋਚ ਕਿ ਵੀ ਜਿੱਦਾਂ ਅੱਜ ਕੱਲ੍ਹ ਸਾਡੀ ਜਿਹੜੀ ਜ਼ਿੰਦਗੀ ਆ, ਅਸੀਂ ਇਹ ਵੇਖਦੇ ਹਾਂ ਕਿ ਸਾਡੀ ਸਾਰਿਆਂ ਦੀ ਆਪੋ ਆਪਣੀ ਸੋਚ ਆ, ਆਪਣੀ ਇੱਛਾ ਹੁੰਦੀ ਆ, ਆਪਣੀ ਆਪਣੀ ਖੁਸ਼ੀ ਹੁੰਦੀ ਆ। ਪਰ ਜਿਵੇਂ ਵਿਦੇਸ਼ਾਂ ਦੇ ਵਿੱਚ ਸਾਡੇ ਸੁਣਨ ਵਾਲੇ ਰਹਿੰਦੇ ਨੇ, ਕਈਆਂ ਦੇ ਨਾ ਪਿੱਛੇ ਘਰ ਵਾਲੇ ਹੁੰਦੇ ਨੇ, ਘਰ ਪਰਿਵਾਰ ਸਾਂਭਦੇ ਨੇ, ਪਰ ਕਈ ਪਰਿਵਾਰ ਜਿਹੜੇ ਨੇ ਉਹ ਬਾਹਰਲੇ ਮੁਲਕਾਂ ਦੇ ਵਿੱਚ ਸੈਟਲ ਹੁੰਦੇ ਨੇ, ਤੇ ਅਸੀਂ ਇਹ ਵੇਖਦੇ ਹਾਂ ਕਿ ਬਹੁਤ ਪੈਸਾ ਲਗਾਇਆ ਹੁੰਦਾ, ਬਹੁਤ ਹੱਡ ਭੰਨਵੀਂ ਮਿਹਨਤ ਕਰਕੇ ਜਿਹੜਾ ਪੈਸਾ ਕਮਾਇਆ ਹੁੰਦਾ, ਇੰਡੀਆ ਦੇ ਵਿੱਚ ਬੜੀ ਸੋਹਣੀ ਤੇ ਉੱਚੀ ਕੋਠੀ ਪਾਈ ਜਾਂਦੀ ਆ, ਪਰ ਇੱਥੇ ਰਹਿੰਦਾ ਕੋਈ ਨਹੀਂ ਆ। ਫਿਰ ਅੱਗੇ ਦੀ ਜਿਹੜੀ ਜਨਰੇਸ਼ਨ ਆ ਉਹ ਵੀ ਇੱਥੇ ਆ ਕੇ ਨਹੀਂ ਰਹਿੰਦੀ, ਕਿਉਂਕਿ ਅਸੀਂ ਨਾ ਉਸੇ ਮਾਹੌਲ ਦੇ ਵਿੱਚ ਢਲ ਜਾਂਦੇ ਹਾਂ। ਬਚਪਨ ਜਿਹੜਾ ਜਿੱਥੇ ਬੀਤਿਆ ਹੋਵੇ, ਤੇ ਬੱਚੇ ਵੀ ਉਸ ਚੀਜ਼ ਦੇ ਵਿੱਚ ਫਿਰ ਨਹੀਂ ਖੁਸ਼ ਹੁੰਦੇ ਇੱਥੇ ਆ ਕੇ। ਫਿਰ ਕੀ ਸਾਨੂੰ ਉਹ ਜਿਹੜੀਆਂ ਕੋਠੀਆਂ ਪਾਉਣ ਦੀ ਅੱਜ ਦੇ ਸਮੇਂ ਦੇ ਵਿੱਚ ਲੋੜ ਹੈ, ਜਾਂ ਫਿਰ ਇੱਕ ਛੋਟਾ ਜਿਹਾ ਘਰ ਵੀ ਬਣਾਇਆ ਜਾ ਸਕਦਾ ਆਏ ਗਏ ਦੇ ਲਈ? ਤੁਹਾਨੂੰ ਕੀ ਲੱਗਦਾ, ਜਾਂ ਉਹ ਪੈਸਾ ਜਿਹੜਾ ਕਿਸੇ ਹੋਰ ਵਧੀਆ ਕੰਮ ਦੇ ਲਈ ਵੀ ਵਰਤਿਆ ਜਾ ਸਕਦਾ? ਕੀ ਖਿਆਲ ਹੈ ਜੀ ਤੁਹਾਡੇ ਸਾਰਿਆਂ ਦਾ? ਬਿਲਕੁਲ ਜੀ, ਇੱਥੇ ਆਪਾਂ ਹੁਣ ਚਰਚਾ ਕਰਾਂਗੇ ਆਪਣੀ ਕਹਾਣੀ ਤੇ, ਔਰ ਤੁਹਾਡਾ ਵੀ ਸਵਾਲ ਬੜਾ
ਵੈਲਿਡ ਹੈ ਔਰ ਆਪਾਂ ਕਹਾਣੀ ਤੇ ਬੜੇ ਪਹਿਲੂਆਂ ਤੇ ਚਰਚਾ ਕਰਾਂਗੇ। ਸੋ ਇਹੋ ਜਿਹੇ ਕਰੈਕਟਰ ਅਗਰ ਸਾਡੇ ਸਰੋਤਿਆਂ ਨੇ ਵੀ ਆਪਣੇ ਆਲੇ ਦੁਆਲੇ ਦੇਖੇ ਨੇ, ਕਿਸ ਤਰ੍ਹਾਂ ਤੁਸੀਂ ਵੀ ਦੇਖਿਆ ਜੀ ਉਹਨਾਂ ਦਾ ਜੀਵਨ ਕਿਹੋ ਜਿਹਾ ਸੀਗਾ, ਜਾਂ ਫਿਰ ਜਿਸ ਤਰ੍ਹਾਂ ਡੰਗਰਾਂ ਦੇ ਨਾਲ ਪਿਆਰ ਸੀਗਾ, ਕਿਸ ਤਰ੍ਹਾਂ ਇਸ ਕਹਾਣੀ ਦਾ ਜਿਹੜਾ ਮੇਨ ਕਰੈਕਟਰ ਆ ਕਿਸ ਤਰ੍ਹਾਂ ਉਹ ਗੱਲਾਂ ਕਰਦਾ ਸੀ ਜਾਨਵਰਾਂ ਦੇ ਨਾਲ, ਤੇ ਤੁਸੀਂ ਇਸ ਕਹਾਣੀ ਦੇ ਉੱਤੇ ਜਿਹੜੀ ਆਪਾਂ ਚਰਚਾ ਕਰਨੀ ਹੈ ਰਲ ਮਿਲ ਕੇ। 905 601 1350 ਸਾਡੇ ਸਟੂਡੀਓ ਦੇ ਨੰਬਰ ਹੈ। ਸਾਨੂੰ ਤੁਹਾਡੀ ਕਾਲਸ ਦਾ ਜਿਹੜਾ ਇੰਤਜ਼ਾਰ ਹੈ ਜੀ। ਸੁਖਦੇਵ, ਸੰਦੀਪ ਨੇ ਹੁਣੇ ਪੁੱਛਿਆ ਕਿ ਅਸੀਂ ਬਾਹਰ ਰਹਿੰਦੇ ਹਾਂ ਤੇ ਫਿਰ ਅਸੀਂ ਉੱਥੇ ਵੱਡੀਆਂ ਵੱਡੀਆਂ ਕੋਠੀਆਂ ਬਣਾ ਲੈਂਦੇ ਹਾਂ, ਹਨਾ। ਤੇ ਇਹਦਾ ਮੇਰੇ ਪਰਸਨਲ ਜਵਾਬ ਆ, ਮੈਨੂੰ ਕਿਸੇ ਦੇ ਖਿਆਲਾਂ ਦਾ ਨਹੀਂ ਪਤਾ, ਬਟ ਸ਼ਾਇਦ ਤੁਹਾਡੀ ਵੀ ਆਪਣੀ ਰਾਏ ਹੋਊਗੀ ਇਸ ਤੇ। ਜਦੋਂ ਅਸੀਂ ਮਟੀਰੀਅਲਿਸਟਿਕ ਹੋ ਜਾਂਦੇ ਹਾਂ, ਸੋਚਦੇ ਹਾਂ ਕਿ ਸਾਨੂੰ ਇਹ ਤੋਂ ਵੇਚ ਕੇ ਬਹੁਤ ਸਾਰਾ ਪੈਸਾ ਗੱਲ ਹੈ। ਪਰ ਸੰਦੀਪ, ਜਦੋਂ ਜਿਹੜੇ ਸਾਡੇ ਮਾਂ-ਬਾਪ ਨੇ ਜਾਂ ਫਿਰ ਅਸੀਂ ਜਿਨ੍ਹਾਂ ਨੇ ਵੀ ਉਹ ਕੋਠੀਆਂ ਬਣਾਈਆਂ, ਅਸੀਂ ਉੱਥੇ ਰਹੇ ਹੁੰਦੇ ਹਾਂ, ਸਾਨੂੰ ਉਸ ਥਾਂ ਦੇ ਨਾਲ, ਉਸ ਜਗ੍ਹਾ ਦੇ ਨਾਲ ਪਿਆਰ। ਕਈ ਵਾਰੀ ਉੱਥੇ ਜਿਹੜੀ ਹੈ ਨਾ ਮਾਲੀ ਹਾਲਤ ਇੰਨੀ ਚੰਗੀ ਨਹੀਂ ਹੁੰਦੀ ਕਿ ਅਸੀਂ ਆਪਣੇ ਸੁਪਨਿਆਂ ਦੇ ਘਰ ਬਣਾ ਸਕੀਏ। ਪਰ ਜਦੋਂ ਅਸੀਂ ਇੱਥੇ ਆ ਕੇ ਥੋੜਾ ਸੈਟਲ ਹੋ ਜਾਂਦੇ ਹਾਂ, ਸਾਡੇ ਕੋਲ 4 ਪੈਸੇ ਹੁੰਦੇ ਨੇ, ਤਾਂ ਫਿਰ ਸਾਡਾ ਦਿਲ ਕਰਦਾ ਕਿ ਅਸੀਂ ਉਹਨਾਂ ਜਿਹੜੇ ਸੁਪਨਿਆਂ ਨੂੰ ਹੁਣ ਇੱਕ ਅਸਲੀਅਤ ਦੀ ਰੰਗਤ ਦਈਏ। ਤੇ ਫਿਰ ਭਾਵੇਂ ਜਿੰਨੇ ਵੀ ਪੈਸੇ ਲੱਗ ਜਾਣ, ਉਹ ਪੈਸਿਆਂ ਦੀ ਤਾਂ ਗੱਲ ਹੀ ਨਹੀਂ ਹੁੰਦੀ, ਉਹ ਤਾਂ ਇੱਕ ਸੁਪਨਿਆਂ ਦੀ ਗੱਲ ਹੁੰਦੀ ਆ। ਸੋ ਉਹ ਜਿਹੜੇ ਸੁਪਨਿਆਂ ਨੂੰ ਅਸੀਂ ਦੇਖਿਆ ਸੀਗਾ ਜਦੋਂ ਸਾਡੇ ਕੋਲ ਪੈਸੇ ਨਹੀਂ ਸੀ, ਸੋ ਉਹ ਸੁਪਨੇ ਫਿਰ ਅਸੀਂ ਉਸ ਵੇਲੇ ਪੂਰੇ ਕਰਦੇ ਹਾਂ। ਉੱਥੇ ਰਹਿ ਰਹੇ ਲੋਕਾਂ ਨੂੰ ਐਂ ਲੱਗਦਾ ਕਿ ਇਹ ਦਿਖਾਵਾ ਕਰਦੇ ਨੇ, ਔਰ ਸ਼ਾਇਦ ਕੁਛ ਲੋਕ ਕਰਦੇ ਵੀ ਹੋਣ, ਪਰ ਸਾਰੇ ਐਵੇਂ ਦੇ ਨਹੀਂ ਹੁੰਦੇ ਸੰਦੀਪ। ਉਹ ਸਾਡੇ ਮਨ ਦੇ ਵਿੱਚ ਪਏ ਸੁਪਨੇ ਹੁੰਦੇ ਨੇ ਜਿਹੜੇ ਕਿ ਅਸੀਂ ਫਿਰ ਉਹਨਾਂ ਨੂੰ ਅਸਲੀਅਤ ਦੀ ਰੰਗਤ ਦਿੰਦੇ ਹਾਂ। ਸਾਡੇ ਨਾਲ ਬਹੁਤ ਸਾਰੇ ਕਾਲਰ ਨੇ, ਪਰ ਉਸ ਤੋਂ ਪਹਿਲਾਂ ਕੁਝ ਸੰਦੇਸ਼ ਜੀ। ਔਰ ਮੈਂ ਦੱਸਣਾ ਚਾਹੁੰਦਾ ਕਿ ਅਗਰ ਤੁਹਾਡਾ ਕੰਪਿਊਟਰ ਲੈਪਟਾਪ ਠੀਕ ਕੰਮ ਨਹੀਂ ਕਰ ਰਿਹਾ, ਲੱਗਦਾ ਹੈ ਕਿ ਬੜਾ ਸਲੋ ਹੋ ਗਿਆ, ਬੱਚੇ ਕੰਪਲੇਂਟ ਕਰ ਰਹੇ ਨੇ ਕਿਉਂਕਿ ਕਈ ਵਾਰੀ ਵਾਇਰਸ ਵਗੈਰਾ ਵੀ ਕੋਈ ਆ ਜਾਂਦਾ, ਸੋ ਖਰਾਬ ਹੋ ਜਾਂਦਾ, ਸੁੱਟੋ ਨਾ ਜੀ। ਬਹੁਤ ਹੀ ਘੱਟ ਪੈਸਿਆਂ ਵਿੱਚ ਹਰਮੀਤ ਸਾਡੇ ਬੱਚੇ ਨੇ ਜੀ ਇੱਥੋਂ ਦੇ, ਬੜਾ ਵਧੀਆ ਕੰਮ ਕਰਦੇ ਨੇ, ਕੰਪਿਊਟਰ ਰਿਪੇਅਰ ਕਰ ਦੇਣਗੇ। 647 571 8774 ਦੇ ਉੱਤੇ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ। ਤੇ ਜੇ ਫਿਰ ਤੁਸੀਂ ਮੌਰਗੇਜ ਦਾ ਲਾਇਸੈਂਸ ਲੈ ਕੇ ਮੌਰਗੇਜ ਏਜੰਟ ਬਣਨਾ ਚਾਹੁੰਦੇ ਹੋ ਤੇ ਤੁਹਾਨੂੰ ਬਿਲਕੁਲ ਜੀ ਟ੍ਰੇਨ ਕਰ ਦੇਣਗੇ, ਲਾਇਸੈਂਸ ਲੈਣ ਵਿੱਚ ਵੀ ਹੈਲਪ ਕਰਨਗੇ ਮੈਰੀ ਮੌਰਗੇਜ ਵਾਲੇ ਸੁਖਪ੍ਰੀਤ ਹੁਣੀ। 905 467 6374 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ ਜੀ। ਔਰ ਨਮਸਕਾਰ ਫੂਡ ਐਂਡ ਮੀਟ ਸ਼ਾਪ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਜੀ। 965 ਬਵੇ ਡਰਾਈਵ ਵੈਸਟ ਦੇ ਉੱਤੇ ਨੇ। ਸੋ ਲੈਲਾ ਮਜਨੂ ਕਬਾਬ ਬੜੇ ਫੇਮਸ ਹੋ ਚੁੱਕੇ ਨੇ। 299 769 1288। ਚਲੋ ਜੀ, ਹੁਣ ਆਪਾਂ ਸਰੋਤਿਆਂ ਨਾਲ ਗੱਲਾਂ ਬਾਤਾਂ ਕਰ ਲਈਏ ਰਾਜਵੀਰ ਜੀ। ਸੋ ਪਹਿਲੀ ਕਾਲ ਸਾਡੇ ਜਤਿੰਦਰ ਆਂਟੀ ਲੱਗਦੇ ਨੇ ਮੈਨੂੰ। ਹਾਂਜੀ, ਸਤਿ ਸ੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਬੇਟੀ ਨੇ ਵੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰੇ ਵੀ ਨਾਨਾ ਜੀ ਤੇ ਨਾਨੀ ਜੀ ਸੀਗੇ, ਤੇ ਮੇਰੇ ਨਾਨਾ ਜੀ ਜਦੋਂ ਡੈਥ ਹੋਈ ਨਾ, ਪੂਰੇ ਹੋ ਗਏ ਬਜ਼ੁਰਗ, ਤੇ ਪਹਿਲਾਂ ਤਾਂ ਮੇਰੇ ਨਾਨਾ ਜੀ ਨੇ ਮੇਰੇ ਮਾਮਾ ਜੀ ਦੀ ਨੂੰਹ ਨੂੰ ਕਿਹਾ ਵੀ ਤੂੰ ਮੈਨੂੰ ਨਾ ਪੁੱਤਰ ਫੇਰ ਹੀ ਨਵਾਈ, ਕੱਲ ਹੀ ਨਵਾ ਦੀ, ਇਕੱਠਾ ਨਵਾ ਦੀ। ਉਹ ਕਹਿੰਦੀ ਕਿਉਂ? ਤੇ ਫਿਰ ਦੱਸਿਆ ਨਹੀਂ ਕੁਛ ਵੀ। ਤੇ ਫਿਰ ਦੂਜੇ ਦਿਨ ਮੇਰੇ ਨਾਨਾ ਜੀ ਪੂਰੇ ਹੋ ਗਏ ਸੀ। ਤੇ ਜਦੋਂ ਪੂਰੇ ਹੋਏ ਤੇ ਇਹਨਾਂ ਦੇ ਭੋਗ ਵਾਸਤੇ ਜਿੰਨੇ ਭਾਂਡੇ ਅਸੀਂ ਸਾਰਾ ਕੁਛ ਲਿਆਂਦਾ ਸੀ ਨਾ, ਤੇ ਸਾਰਿਆਂ ਨੂੰ ਅਸੀਂ ਪਹੁੰਚੇ ਹੋਏ ਸੀ। ਤੇ ਮੇਰੇ ਨਾਨੀ ਜੀ ਨੇ ਮੇਰੇ ਮਾਮਾ ਜੀ ਨੂੰ ਕਹਿ ਦਿੱਤਾ, ਕਹਿੰਦੇ ਤੁਸੀਂ ਇਹ ਭਾਂਡੇ ਅੱਜ ਪਏ ਹੀ ਰਹਿਣ ਦਿਓ। ਕਹਿੰਦੇ ਮੈਂ ਕਿਹੜਾ ਜ਼ਿਆਦਾ ਚਿਰ ਜਿਉਣਾ। ਤੇ ਉਹ ਫਿਰ ਜਦੋਂ ਭੋਗ ਪੈਣ ਲੱਗਾ ਨਾ, ਤੇ ਭੋਗ ਪੈ ਕੇ ਅਜੇ ਸ਼ੁਰੂ ਕੀਤਾ ਸੀ, ਤੇ ਜਦੋਂ ਜਾ ਕੇ ਦੇਖਿਆ ਮੇਰੇ ਨਾਨੀ ਜੀ ਨੂੰ ਬਹੁਤ ਬੁਖਾਰ ਸੀ, ਤੇ ਘੰਟੇ ਬਾਅਦ ਹੀ ਮੇਰੇ ਨਾਨੀ ਜੀ ਵੀ ਪੂਰੇ ਹੋ ਗਏ ਸੀ। ਤੇ ਮੇਰੇ ਨਾਨਾ ਨਾਨੀ ਇਕੱਠੇ ਗਏ ਸੀਗੇ। ਹਾਂਜੀ। ਤੇ ਫਿਰ ਮੱਝ ਦੀ ਗੱਲ ਵੀ ਕਰਦੇ ਆ, ਮੇਰੇ ਮੰਮੀ ਦੇ ਕੋਲ ਮੱਝ ਰੱਖੀ ਹੋਈ ਸੀ। ਉਹ ਵੀ ਜਦੋਂ ਮੇਰੇ ਮੰਮੀ ਕਿਤੇ ਵੀ ਮੇਰੇ ਪਿਤਾ ਜੀ ਵਾਸਤੇ ਰੋਟੀ ਲੈ ਕੇ ਜਾਂਦੇ ਸੀ ਨਾ, ਤੇ ਸਾਡੀ ਉਹ ਮੱਝ ਜਿਹੜੀ ਸੀ ਨਾ, ਮੇਰੇ ਮੰਮੀ ਅੱਗੇ ਜਾਂਦੇ ਸੀ, ਮੱਝ ਮਗਰ ਤੁਰੀ ਜਾਂਦੀ ਹੁੰਦੀ ਸੀ, ਤੇ ਉਹਨਾਂ ਕੋਲ ਹੀ ਮਿਲਦੀ ਸੀ, ਦੁੱਧ ਚੋਂਦੇ ਸੀ, ਤੇ ਸਾਡੇ ਕੋਲੋਂ ਨਹੀਂ ਸੀ ਮਿਲਦੀ ਹੁੰਦੀ। ਤੇ ਜਿਹੜੇ ਹੁਣ ਮਕਾਨਾਂ ਦੀ ਗੱਲ ਆਪਾਂ ਕਰਦੇ ਹਾਂ, ਉਹ ਵੀ ਜਿਹੜਾ ਮਕਾਨ ਆਪਾਂ ਉੱਥੇ ਇੰਡੀਆ 'ਚ ਸਵਾਰਦੇ ਸੀ ਨਾ, ਕੋਠੀਆਂ ਨੂੰ ਜਾਂ ਘਰਾਂ ਨੂੰ ਆਪਣੇ ਹੱਥਾਂ ਨਾਲ ਪਿਆਰ ਨਾਲ, ਉਹ ਆਪਾਂ ਇੱਥੇ ਕੁਛ ਵੀ ਨਹੀਂ ਕਰਦੇ, ਸਿਰ ਪੋਚਾ ਲਾਇਆ, ਮੌਬ ਲਾਇਆ, ਚੱਲ। ਤੇ ਉਹਨਾਂ ਘਰਾਂ 'ਚ ਸਾਡਾ ਬਹੁਤ ਪਿਆਰ ਹੁੰਦਾ ਸੀ। ਪਰ ਹੁਣ ਆਪਾਂ ਜਿੱਦਾਂ ਰੀਸੋ ਰੀਸੀ ਕਹਿ ਲਓ, ਜਿੱਦਾਂ ਆਪਾਂ ਪਹੁੰਚ ਗਏ ਹਾਂ, ਪਰ ਉਹ ਬਹਾਰ ਨਹੀਂ ਲੱਭਣੀ ਆਪਾਂ ਨੂੰ ਦੁਬਾਰਾ ਬੇਟਾ ਜੀ। ਜੀ, ਸੱਚੀ ਗੱਲ ਹੈ। ਬਿਲਕੁਲ ਸਹੀ ਆਂਟੀ, ਬਹੁਤ ਸ਼ੁਕਰੀਆ, ਥੈਂਕ ਯੂ। ਸੁਖਬੀਰ, ਸਹੀ ਕਿਹਾ, ਤੁਹਾਡੇ ਘਰੇ ਵੀ ਪਸ਼ੂ ਸੀਗਾ ਏਦਾਂ ਦਾ ਜਿਹਦਾ ਗੱਲਾਂ ਕਰਦੇ ਸੀ ਘਰ ਦੇ? ਹਾਂ ਬਿਲਕੁਲ ਜੀ। ਗ੍ਰੈਂਡਫਾਦਰ ਮੈਨੂੰ ਯਾਦ ਹੈ ਕਿ ਉਹ ਜਾਨਵਰਾਂ ਦੇ ਨਾਲ ਗੱਲਾਂ, ਖਾਸ ਤੇ ਬੌਲਦਾਂ ਦੇ ਉੱਤੇ, ਉਹ ਬੜੇ ਕੱਬੇ ਹੁੰਦੇ ਸੀ ਬੇਸਿਕਲੀ। ਉਹਨਾਂ ਨੇ ਨਾ ਜਦੋਂ ਹਲ ਚਲਾਉਂਦੇ ਹੁੰਦੇ ਸੀ,
ਇੱਕ ਬੋਲਦ ਸਹੀ ਹੁੰਦਾ ਸੀ, ਇੱਕ ਬੜਾ ਕੱਬਾ ਹੁੰਦਾ ਸੀਗਾ। ਮੈਨੂੰ ਲੱਗਦਾ ਵੀ ਜਿਹੜਾ ਏਦਾਂ ਉਹਨਾਂ ਨੇ ਨਾਂ ਰੱਖੇ ਹੁੰਦੇ ਸੀ ਲੱਖਾ ਤੇ ਬੱਗਾ, ਤੇ ਜਿਹੜਾ ਲੱਖਾ ਬਲਦ ਹੁੰਦਾ ਸੀ ਉਹਦੇ ਦੁਆਲੇ ਬਹੁਤ ਹੁੰਦੇ ਸੀਗੇ, ਉਹਨੂੰ ਗਾਲਾਂ ਕੱਢੀ ਜਿਹੜੀਆਂ ਤੂੰ ਹਟਦਾ ਨਹੀਂ ਹੋ, ਤੂੰ ਐ ਗਾਲਾਂ ਕੱਢ। ਮੈਨੂੰ ਲੱਗਦਾ ਵੀ ਉਹਨੂੰ ਪਤਾ ਲੱਗਦਾ ਹੁੰਦਾ ਸੀ ਵੀ ਹੁਣ ਬਾਪੂ ਜਿਹੜੇ ਗਾਲਾਂ ਕੱਢ ਰਹੇ ਨੇ। ਜੀ ਆਪਾਂ ਲਈ ਨੈਕਸਟ ਕਾਲ ਜੀ। 9122। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਭੈਣ ਜੀ। ਮੈਂ ਤੁਹਾਡਾ ਪ੍ਰੋਗਰਾਮ ਸੁਣਦਾ, ਕਹਾਣੀ ਭੈਣ ਜੀ ਬਹੁਤ ਵਧੀਆ ਹੁੰਦਾ ਪ੍ਰੋਗਰਾਮ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਜਿਹੜੀ ਭੈਣ ਜੀ ਘਰਾਂ ਦੀ ਗੱਲ ਕੀਤੀ ਹੈ ਭੈਣ ਜੀ, ਵਾਕਿਆ ਤੁਹਾਡੀ ਗੱਲ ਸਹੀ ਹੈ। ਸਾਡੇ ਵੀ ਘਰ ਹੀ ਪਏ ਖਾਲੀ ਪਏ ਆ। ਘਰ ਚਾਹੀਦਾ ਭੈਣ ਜੀ ਉਹਨਾਂ ਕਿ ਨਿੱਕਾ ਜਿਹਾ ਜਿੰਨੇ ਜਾ ਕੇ ਆਪਾਂ ਬਸੂਗਾ। ਪਰ ਤੁਸੀਂ ਦੇਖੋ ਵੀਰ ਜੀ, ਠੀਕ ਹੈ, ਸਾਨੂੰ ਪਤਾ ਹੈ ਕਿ ਉਹ ਖਾਲੀ ਪਏ ਨੇ, ਸਾਨੂੰ ਪਤਾ ਹੈ ਕਿ ਅਸੀਂ ਉਹਨਾਂ ਨੂੰ ਵੇਚ ਕੇ ਪੈਸੇ ਵੀ ਖੱਟ ਸਕਦੇ ਹਾਂ, ਹਨਾ। ਪਰ ਸਾਡਾ ਜੇਰਾ ਹੀ ਨਹੀਂ ਪੈਂਦਾ ਉਹ ਵੇਚਣ ਦਾ, ਕਿਉਂਕਿ ਉਹਦੇ ਨਾਲ ਸਾਡੇ ਯਾਦਾਂ ਜੁੜੀਆਂ ਨੇ। ਸਾਡੇ ਫਾਦਰ ਜੀ ਨੇ, ਸਾਡੇ ਬਾਬਾ ਜੀ ਨੇ ਬੜੀ ਮਿਹਨਤ ਕੀਤੀ। ਉਹਨਾਂ ਦੀ ਸਾਰੀ ਫੈਮਿਲੀ ਇੱਥੇ ਪਏ ਆ। ਪਰ ਮੈਨੂੰ ਤੁਹਾਡੀ ਗੱਲ ਸੁਣ ਕੇ ਸਾਨੂੰ ਐਨ ਬਹੁਤ ਟਾਈਮ ਹੋ ਗਿਆ, ਲੌਂਗ ਟਾਈਮ, ਹਨਾ ਜੀ ਸਰ ਜੀ। ਤੇ ਜਿੱਦਾਂ ਤੁਸੀਂ ਆਪਾਂ ਕਹਾਣੀਆਂ ਸੁਣਦੇ ਆਪਣੇ ਮੁੜ ਕੇ ਸਾਰੇ ਮੈਂਬਰ ਹੀ ਭੈਣ ਜੀ ਉੱਥੋਂ ਪੁੱਛਣ ਜੀ। ਔਰ ਤੁਸੀਂ ਦੇਖੋ ਪਤਾ ਕੀ ਹੁੰਦਾ, ਜਦੋਂ ਜਿੱਥੇ ਬਚਪਨ ਜਿਸ ਘਰ ਦੇ ਵਿੱਚ ਅਸੀਂ ਬਤੀਤ ਕੀਤਾ ਹੁੰਦਾ ਨਾ, ਬੇਸ਼ੱਕ ਉਹ ਬਾਅਦ ਵਿੱਚ ਅਸੀਂ ਕਈ ਵਾਰੀ ਨਾ ਮਕਾਨਾਂ ਨੂੰ ਅਪਗ੍ਰੇਡ ਵੀ ਕਰ ਲੈਂਦੇ ਆ ਹੋਰ, ਲੇਕਿਨ ਉਹ ਜਿਹੜਾ ਬਚਪਨ ਵਾਲੇ ਕਮਰੇ ਹੁੰਦੇ ਆ, ਬਚਪਨ ਵਾਲਾ ਵਿਹੜਾ ਹੁੰਦਾ ਆ, ਜੋ ਬਚਪਨ ਚ ਕਰਦੇ ਅੱਜ ਵੀ ਜਦੋਂ ਸੁਪਨਾ ਆਉਂਦਾ ਨਾ ਕੈਨੇਡਾ ਦੇ ਵਿੱਚ ਇੰਨੇ ਸਾਲਾਂ ਬਾਅਦ, ਉਹ ਬਚਪਨ ਵਾਲਾ ਪੁਰਾਣਾ ਘਰ ਦੀਦਾ। ਵੀਰ ਜੀ ਮੈਨੂੰ 1 ਘੰਟਾ ਹੋ ਗਿਆ ਘਰ ਬੈਠੇ ਨੂੰ। ਹਾਂਜੀ, ਮੈਂ ਤੁਹਾਡਾ ਪ੍ਰੋਗਰਾਮ ਸਾਰਾ ਸੁਣਿਆ। ਉਹ ਆਪਣੇ ਮੈਂਬਰੀ ਇੱਕਦਮ ਐਨ ਉੱਪਰ ਨੇ, ਉੱਥੇ ਪਿੱਛੇ ਪਹੁੰਚ ਜਾਂਦੀ ਹੈ, ਨਿੱਕੇ ਹੁੰਦੇ ਖੇਤਰ ਹੈ ਨਾ। ਹਾਂਜੀ ਬਿਲਕੁਲ। ਔਰ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਵੀ ਆ ਜੀ, ਤੇ ਪੰਜਾਬੀ ਮਾਂ ਬੋਲੀ ਦਿਨ ਵੀ ਆ। ਔਰ ਤੁਹਾਨੂੰ ਤੁਸੀਂ ਇਹ ਦੇਖੋ ਕਿ ਇਹੋ ਜਿਹੇ ਹਾਂਜੀ ਸਾਰੇ ਮੁਬਾਰਕਾਂ। ਤੇ ਤੁਸੀਂ ਇਹ ਵੀ ਦੇਖੋ ਕਿ ਇਹਨਾਂ ਕੰਟਰੀ ਦੇ ਵਿੱਚ ਭਾਵੇਂ ਜਿੰਨੀ ਮਰਜ਼ੀ ਅਸੀਂ ਹੋਰ ਕੋਸ਼ਿਸ਼ ਕਰ ਲਈਏ ਆਪਣਾ ਭਾਸ਼ਾ ਬੋਲਣ ਦੀ, ਲੇਕਿਨ ਜੋ ਕੁਛ ਵੀ ਸਾਨੂੰ ਸੁਪਨੇ 'ਚ ਵੀ ਆਉਂਦਾ ਤੇ ਸਾਨੂੰ ਉਹਦੇ ਵਿੱਚ ਵੀ ਪੰਜਾਬੀ ਮਾਂ ਬੋਲੀ ਦੇ ਵਿੱਚ ਹੀ ਗੱਲਾਂ ਹੁੰਦੀਆਂ ਨੇ ਸੁਪਨੇ ਵਿੱਚ। ਹੁਣ ਸਾਡੇ ਫਾਦਰ ਦੀ ਤਰ੍ਹਾਂ ਮੇਰੇ ਬੱਚਿਆਂ ਨੇ ਪੰਜਾਬੀ ਸਿੱਖੀ ਆ, ਸਾਡੀ ਸਾਰੀ ਫੈਮਿਲੀ ਨੇ ਨਾ ਜੀ। ਉਹ ਜਦੋਂ ਸਾਡੇ ਘਰ ਤੇ ਆਉਂਦਾ ਇੰਨਾ ਚੰਗਾ ਲੱਗਦਾ ਉਹ ਬੱਚੇ ਕੋਲ ਪੰਜਾਬੀ ਬੋਲਦੇ ਆ। ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ ਜੀ, ਥੈਂਕ ਯੂ ਭੈਣ ਜੀ। ਹੋਰ ਭੈਣ ਜੀ ਆਪਣਾ ਰੇਡੀਓ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ। ਬਹੁਤ ਸ਼ੁਕਰੀਆ ਵੀਰ ਜੀ, ਬਹੁਤ ਸ਼ੁਕਰੀਆ। ਸੋ ਫਿਰ ਉਹ ਪ੍ਰੋਗਰਾਮ ਰੰਗ ਪਰਦੇਸੀ 1350 AM ਡਾਇਲ ਦੇ ਉੱਪਰ ਸਾਡੇ ਸਟੂਡੀਓ ਦੇ ਵਿੱਚ ਤੁਸੀਂ ਗੱਲਬਾਤ ਕਰਨੀ ਹੈ ਤਾਂ ਫਿਰ ਨੰਬਰ 905 601 1350। ਇਸ ਵੇਲੇ ਸਾਡੀ ਸੈਗਮੈਂਟ ਚੱਲ ਰਹੀ ਹੈ ਇੱਕ ਕਹਾਣੀ ਤੇ ਚਰਚਾ। ਸੋ ਕਹਾਣੀ ਤੁਸੀਂ ਸੁਣ ਲਈ ਤੇ ਗੱਲਾਂ ਬਾਤਾਂ ਹੁਣ ਅਸੀਂ ਕਰ ਰਹੇ ਹਾਂ। ਸੋ ਤੁਹਾਡੀ ਕਾਲ ਵੀ ਆ ਸਕਦੀ ਹੈ, 2 ਲਾਈਨਾਂ ਖਾਲੀ ਨੇ, 905 601 1350। ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਜੀ ਹਰਪ੍ਰੀਤ ਸਿੰਘ ਗਿੱਲ, ਸਲਿਸਟਰ ਬਰਿਸਟਰ ਤੇ ਨੋਟਰੀ ਪਬਲਿਕ ਨੇ ਜੀ। ਅਗਰ ਫੈਮਿਲੀ ਲਾਅ ਦੇ ਵਿੱਚ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਦੀ ਜ਼ਰੂਰਤ ਪੈ ਜਾਂਦੀ ਹੈ ਤੇ ਜਾਂ ਫਿਰ ਤੁਹਾਡੇ ਕੋਲ ਕੋਈ ਟ੍ਰੈਫਿਕ ਉਲੰਘਣਾ ਹੋ ਕੇ ਕੋਈ ਮਸਲਾ ਬਣ ਚੁੱਕਾ ਆ, ਜਾਂ ਫਿਰ ਤੁਸੀਂ ਘਰ ਦੀ ਕਲੋਜ਼ਿੰਗ ਕਰਵਾਉਣੀ ਆ, ਬੜਾ ਲੰਮਾ ਤਜਰਬਾ ਰੱਖਦੇ ਨੇ, 905 230 2364 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ। ਔਰ ਸਵੀਟ ਮਹਿਲ ਵਾਲੇ ਵੀ ਇਸ ਸੈਗਮੈਂਟ ਨੂੰ ਸਪਾਂਸਰ ਕਰ ਰਹੇ ਆ ਜੀ, 416 679 91 91। ਜਸ ਭੁੱਲਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰ ਸਾਡੇ ਸਪਾਂਸਰ ਨੇ, ਬਹੁਤ ਧੰਨਵਾਦ, ਸ਼ੁਕਰੀਆ ਜੀ। ਤੇ ਤੁਸੀਂ ਸਾਨੂੰ ਜਿਹੜਾ ਮਾਲੀ ਸਹਾਇਤਾ ਦਿੰਦੇ ਹੋ ਤਾਂ ਹੀ ਕਰਕੇ ਇਹ ਪ੍ਰੋਗਰਾਮ ਆਪਣੇ ਸਰੋਤਿਆਂ ਤੱਕ ਲੈ ਕੇ ਆਉਂਦੇ ਹਾਂ। ਸੋ ਸਾਡੇ ਸਰੋਤਿਆਂ ਨੂੰ ਵੀ ਬੇਨਤੀ ਹੈ, ਸੋ ਤੁਸੀਂ ਸੇਵਾਵਾਂ ਸਾਡੇ ਸਪਾਂਸਰ ਦੀਆਂ ਜ਼ਰੂਰ ਲਿਆ ਕਰੋ, ਜ਼ਰੂਰ ਉਹਨਾਂ ਨੂੰ ਬਿਜ਼ਨਸ ਦਿਆ ਕਰੋ ਤਾਂ ਕਿ ਇਸੇ ਤਰ੍ਹਾਂ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਆ ਸਕੀਏ। ਸੋ ਤੁਹਾਡਾ ਵੀ ਕੋਈ ਬਿਜ਼ਨਸ ਹੈ ਤੇ ਤੁਸੀਂ ਪ੍ਰਮੋਟ ਕਰਨਾ ਚਾਹੁੰਦੇ ਹੋ ਸਾਡੇ ਪ੍ਰੋਗਰਾਮ 147 627 3200 ਦੇ ਉੱਪਰ ਤੁਸੀਂ ਟੈਕਸਟ ਮੈਸੇਜ ਕਰ ਸਕਦੇ ਹੋ, ਜਾਂ ਫਿਰ ਤੁਸੀਂ ਸਾਨੂੰ ਪ੍ਰੋਗਰਾਮ ਤੋਂ ਬਾਅਦ ਯਾਨੀ ਕਿ 10 ਵਜੇ ਤੋਂ ਬਾਅਦ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਤੇ ਜਸ ਭੁੱਲਰ ਉਹਨਾਂ ਦਾ ਨੰਬਰ ਦੇ ਦੇਵਾਂ। ਸੋ ਤੁਸੀਂ ਮੌਰਗੇਜ ਲੈਣੀ ਹੈ, ਰੈਜ਼ੀਡੈਂਸ਼ੀਅਲ ਮੌਰਗੇਜ ਹੈ, ਚਾਹੇ ਕਮਰਸ਼ੀਅਲ ਮੌਰਗੇਜ ਹੈ, ਜਾਂ ਫਿਰ ਟਰੱਕਾਂ ਦਾ ਲੋਨ ਕਰਾਉਣਾ ਹੈ, 416 732 2611 416 732 2611। ਨੈਕਸਟ ਕਾਲ ਲੈਂਦੇ ਹਾਂ ਜੀ 3385। ਹਾਂਜੀ, ਸਤਿ ਸ਼੍ਰੀ ਅਕਾਲ ਮੈਡਮ। ਆ ਜੀ ਮੈਡਮ, ਮੇਰੇ ਵੱਲੋਂ ਸੰਦੀਪ ਮੈਡਮ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਤੱਕ ਤਾਂ ਕੋਈ ਕਹਾਣੀ ਇਹਨਾਂ ਦੀ ਇੱਦਾਂ ਦੀ ਹੋਈ ਨਹੀਂ ਜਿਹੜੀ ਇੰਨੀ ਬੜੀ ਦਿਲਚੋਬੀਆਂ ਹੈ, ਹਾਰਟ ਟੱਚਿੰਗ ਕਹਾਣੀਆਂ ਇਹਨਾਂ ਦੀਆਂ ਹੋਈਆਂ ਜੀ। ਬਹੁਤ ਬਹੁਤ ਵਧੀਆ ਕਹਾਣੀ ਸੀ। ਮੈਂ ਸੱਚ ਜਾਣਿਆ, ਮੈਂ ਸੁਣਦਾ ਮੈਂ ਕਾਰ ਚਲਾ ਰਿਹਾ ਸੀ, ਮੈਂ ਲੋਸਟ ਹੋ ਗਿਆ, 1-2 ਸਟਰੀਟਾਂ ਦੇ ਪਿੱਛੇ ਲੰਘ ਗਿਆ, ਪਤਾ ਹੀ ਨਹੀਂ ਲੱਗਾ ਵੀ ਕੀ ਹੋਇਆ। ਤੇ ਬਹੁਤ ਵਧੀਆ ਕਹਾਣੀ ਸੀ। ਔਰ ਮੈਂ ਇੱਕ ਰੰਗ ਪੰਜਾਬੀ, ਤੁਹਾਨੂੰ ਆਪਦੇ ਚੈਨਲ ਨੂੰ ਵੀ ਬਹੁਤ ਵੱਡਾ ਮਾਣ ਸੰਦੀਪ ਮੈਮ ਤੇ ਚਾਹੀਦਾ ਜੀ। ਏਦਾਂ ਨੇ ਵਧੀਆ
ਸਾਨੂੰ ਅਨਾਉਂਸਰ ਮਿਲੇ ਉਹ ਇੰਨੇ ਹੋਸਟ ਕਰਨ ਵਾਲੇ ਬਿਲਕੁਲ ਕਹਾਣੀਆਂ ਤਾਂ ਸਾਰੇ ਪੜ੍ਹ ਲੈਂਦੇ ਆ, ਪਰ ਉਹਨੂੰ ਪ੍ਰਜੈਂਟ ਕਰਨ ਦਾ ਜੋ ਤਰੀਕਾ ਮੈਡਮ ਦੇ ਕੋਲ ਵੈਰੀ ਨਾਈਸ। ਗੋਡ ਬਲੈਸ ਹਰ ਜੀ। ਥੈਂਕ ਯੂ ਜੀ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ। ਤੇ ਬਿਲਕੁਲ ਸੰਦੀਪ ਸਾਡਾ ਮਾਣ ਨੇ। ਸੰਦੀਪ ਨੂੰ ਮੈਂ ਪ੍ਰੋਗਰਾਮ ਤੋਂ ਪਹਿਲਾਂ ਜਦੋਂ ਕਾਲ ਆ ਰਹੀ ਸੀ ਇਹਨਾਂ ਦੀ ਸੈਗਮੈਂਟ ਵਾਸਤੇ ਤਾਂ ਮੈਂ ਵੀ ਬਿਲਕੁਲ ਇਹੀ ਗੱਲ ਕਹਿ ਰਹੀ ਸੀ ਕਿ ਸੰਦੀਪ ਤੁਹਾਡੀ ਪੇਸ਼ਕਸ਼ ਜਿਹੜੀ ਹੈ ਉਹ ਬਾਕਮਾਲ ਹੈ। ਸੋ ਤੁਹਾਡੀ ਮਿੱਠੀ ਜਿਹੀ ਆਵਾਜ਼ ਸਵੇਰੇ ਸਵੇਰੇ ਜਦੋਂ ਕੰਨਾਂ ਦੇ ਵਿੱਚ ਪੈਂਦੀ ਹੈ ਤਾਂ ਵੀਕਐਂਡ ਤੇ ਵੈਸੇ ਸੌਣ ਦਾ ਬੜਾ ਮੂਡ ਹੁੰਦਾ, ਪਰ ਸਾਰਿਆਂ ਨੂੰ ਪਤਾ ਹੁੰਦਾ ਸਾਰਿਆਂ ਨੂੰ ਪਤਾ ਸੰਦੀਪ ਨੇ ਕਹਾਣੀ ਲੈ ਕੇ ਆਉਣਾ ਤਾਂ ਫਿਰ ਪਹਿਲਾਂ ਹੀ ਉੱਠ ਕੇ ਬੈਠੇ ਹੋ ਜਾਂਦੇ ਨੇ। 4878। ਹਾਂਜੀ ਸਤਿ ਸ਼੍ਰੀ ਅਕਾਲ ਰਾਜ ਜੀ। ਸਤਿ ਸ਼੍ਰੀ ਅਕਾਲ ਜੀ। ਜੀ 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 ਸਤਿ ਸ਼੍ਰੀ ਅਕਾਲ। ਮੈਂ ਹਾਂਜੀ ਮੈਂ ਪਾਲ ਸ਼ਰਮਾ ਬੋਲ ਰਿਹਾ ਨਿਊਯਾਰਕ ਤੋਂ। ਆ ਜਾਓ ਜੀ ਨਿਊਯਾਰਕ ਵਾਲੇ ਤੁਸੀਂ ਵੀ ਜੀ ਆਇਆਂ ਨੂੰ। ਹਾਂਜੀ ਕਹਾਣੀ ਬਹੁਤ ਵਧੀਆ ਸੀ, ਬਹੁਤ ਹਾਰਟ ਟੱਚਿੰਗ ਸਟੋਰੀ ਸੀ ਤੇ ਇਹਦੇ ਵਿੱਚ 2-3 ਪੁਆਇੰਟ ਮੈਂ ਸ਼ੇਅਰ ਕਰਾਂਗਾ। ਸਭ ਤੋਂ ਪਹਿਲਾਂ ਤਾਂ ਇਹ ਆ ਵੀ ਜਿਹੜਾ ਪੁਰਾਣੇ ਟਾਈਮ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੁੰਦੀ ਸੀ, ਜਦੋਂ ਕਿਸੇ ਨੇ ਆਉਣਾ ਹੁੰਦਾ ਸੀਗਾ ਜਾਂ ਜੋਬ ਛੱਡਣੀ ਹੁੰਦੀ ਸੀ ਤੇ ਇੰਨਾ ਈਜੀ ਨਹੀਂ ਸੀ ਹੁੰਦਾ ਕਹਿਣ ਦਾ ਮਤਲਬ, ਤੇ ਉਹਨਾਂ ਨੂੰ ਬਹੁਤ ਮੁਸ਼ਕਿਲ ਹੁੰਦਾ ਸੀਗਾ ਉਹਨਾਂ ਨੂੰ ਸਾਰਾ ਇਹ ਕੰਮ। ਤੇ ਉਹ ਕਿਸ ਦਾ ਬਾਅਦ ਵਿੱਚ ਜਦੋਂ ਜਿਹੜਾ ਛੱਡ ਕੇ ਆ ਵੀ ਜਾਂਦਾ ਸੀ ਤੇ ਬਾਅਦ 'ਚ ਉਹਦੇ ਘਰ ਤੱਕ ਪਹੁੰਚਦੇ ਸੀ ਤੇ ਦੁਬਾਰਾ ਫਿਰ ਉਹਨਾਂ ਨੂੰ ਜੁਆਇਨ ਕਰਨੀ ਪੈਂਦੀ ਸੀ ਜਾਂ ਇੰਨਾ ਤੰਗ ਕਰਦੇ ਸੀ। ਤੇ ਦੂਸਰਾ ਜਾਨਵਰਾਂ ਦਾ ਵੀ ਵਿੱਚ ਉਹਨਾਂ ਨੇ ਮਤਲਬ ਦੱਸਿਆ ਹੈਗਾ ਤੇ ਇਹ ਵੀ ਮੇਰੇ ਅੱਖੀਂ ਦੇਖਣ ਦੀ ਗੱਲ ਆ। ਤੇ ਅਸੀਂ ਛੁੱਟੀਆਂ ਕੱਟਣ ਨਾਨਕੀ ਜਾਂਦੇ ਹੁੰਦੇ ਸੀਗੇ ਤੇ ਸਾਡੇ ਮਾਮਿਆਂ ਨੇ ਉਹ ਖੇਤੀਬਾੜੀ ਦਾ ਕੰਮ ਕਰਦੇ ਹੁੰਦੇ ਸੀ। ਉਹਨਾਂ ਨੇ ਕਰਨਾ ਜਿੱਥੇ ਉਹ ਖੇਤੀ ਤੋਂ ਬਾਅਦ ਬੋਲਦਾਂ ਦੀਆਂ ਜਿਹੜੀਆਂ ਜੋੜੀਆਂ ਸੀਗੀਆਂ ਤੇ ਉਹਨਾਂ ਨੂੰ ਮਤਲਬ ਛੱਡ ਦਿੰਦੇ ਹੁੰਦੇ ਸੀ ਤੇ ਉਹ ਆਪਣੇ ਆਪ ਹੀ ਉਹ ਖੂਹ ਤੇ ਪਹੁੰਚ ਜਾਂਦੇ ਹੁੰਦੇ ਸੀ, ਜਦ ਕਿ ਕਾਫੀ ਉਹ ਪੈਂਦਾ ਹੁੰਦਾ ਸੀਗਾ। ਤੇ ਬਾਕੀ ਤੀਸਰਾ ਪੁਆਇੰਟ ਰਿਹਾ ਜਿਹੜਾ ਉਹ ਦੱਸਿਆ ਵੀ ਉਹ ਚਲੋ ਉਹਨਾਂ ਦੀ ਡੈਥ ਹੋ ਗਈ। ਅੱਗੇ ਪੁਰਾਣੇ ਟਾਈਮ ਦੇ ਵਿੱਚ ਹੁਣ ਵੀ ਖੈਰ ਇੱਦਾਂ ਹੀ ਆ ਤੇ ਬਹੁਤ ਆਪਸੀ ਪਿਆਰ ਹੁੰਦਾ ਸੀਗਾ ਤੇ ਉਹਨਾਂ ਦਾ ਆਪਸ ਵਿੱਚ ਜਦੋਂ ਇੱਕ ਮੈਂਬਰ ਦੀ ਡੈਥ ਹੋ ਜਾਂਦੀ ਸੀਗੀ ਤੇ ਦੂਸਰਾ ਮੈਂਬਰ ਜਿਹੜਾ ਹੁੰਦਾ ਸੀਗਾ ਉਹਦੇ ਵਿਯੋਗ ਦੇ ਵਿੱਚ ਕਹਿ ਲਓ ਜਾਂ ਕਿੱਦਾਂ ਵੀ ਆ ਤੇ ਉਹ ਜ਼ਿਆਦਾ ਟਾਈਮ ਨਹੀਂ ਸੀ ਕੱਢਦਾ ਹੁੰਦਾ ਜੀ। ਤੇ ਬਾਕੀ ਇੱਕ ਜਿਹੜਾ ਲਾਸਟ ਪੁਆਇੰਟ ਸੀਗਾ ਵੀ ਉਹ ਜਿਹੜੀਆਂ ਪਿੰਡਾਂ ਦੇ ਵਿੱਚ ਕੋਠੀਆਂ ਜਾਂ ਸ਼ਹਿਰਾਂ ਦੇ ਵਿੱਚ ਬਣਾਉਂਦੇ ਆ ਉਹ ਇਸ ਤਰ੍ਹਾਂ ਹੁੰਦਾ ਰਾਜੀ ਵੀ ਕਈਆਂ ਦਾ ਤਾਂ ਮਤਲਬ ਹੁੰਦਾ ਚਲੋ ਜ਼ਰੂਰਤ ਹੁੰਦੀ ਆ ਉਸ ਚੀਜ਼ ਦੀ, ਚਲੋ ਵੀ ਜਿੱਥੇ ਆਉਣਾ ਜਾਣਾ ਹੁੰਦਾ ਜੀ। ਬਾਕੀ ਕੁਛ ਇਸ ਤਰ੍ਹਾਂ ਵੀ ਚੱਲਦਾ ਪਿੰਡਾਂ ਦੇ ਵਿੱਚ, ਜੇ ਇੱਕ ਨੇ ਕੋਠੀ ਬਣਾਈ ਆ ਤੇ ਉਹ ਦੂਸਰੇ ਨੇ ਫਿਰ ਉਹਦੀ ਰੀਸੀ ਇੱਕ ਦੇ ਉੱਪਰ ਪਲੇਨ ਬਣਾਤਾ, ਦੂਸਰੇ ਨੇ ਕੁਛ ਬਣਾਤਾ, ਇਸ ਤਰ੍ਹਾਂ ਦਾ ਵੀ ਚੱਲਦਾ। ਜਦ ਕਿ ਜਿੱਥੋਂ ਤੱਕ ਮੇਰੀ ਵੀ ਸੋਚ ਆ ਲੇਕਿਨ 5-10% ਜ਼ਰੂਰ ਉਹ ਦੁਬਾਰਾ ਜਾ ਕੇ ਇਸਤੇਮਾਲ ਕਰਦੇ ਆ। ਨਹੀਂ ਤਾਂ ਇੱਥੇ ਵੀ ਕਈ ਇੱਦਾਂ ਦੇ ਹੈਗੇ ਆ ਬੰਦੇ, ਉਹਨਾਂ ਨੂੰ ਮਤਲਬ ਉਹ ਪਿੱਛੇ ਕੋਈ ਜਾਣ ਦਾ ਮਿਲਦਾ ਹੀ ਨਹੀਂ ਉਹਨਾਂ ਨੂੰ। 5-5, 4-4 ਸਾਲ ਦੀ ਬਾਈਕ ਦੂਸਰਾ ਜਾਂਦੇ ਤੇ ਉਹ ਕੋਠੀਆਂ ਜਿਹੜੀਆਂ ਹੁੰਦੀਆਂ ਤੇ ਉੱਦਾਂ ਹੀ ਉਹ ਕਹਿ ਲਓ ਕਹਿਣ ਦਾ ਮਤਲਬ ਵੀ ਬੰਦ ਹੁੰਦੀਆਂ ਤੇ ਉਹ ਬੇਕਾਰ ਵਾਲੀ ਗੱਲਬਾਤ ਹੁੰਦੀ ਆ। ਤੇ ਬਾਕੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਲੈਣ ਵਾਸਤੇ ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸਾਡੀ ਕਾਲ ਕਰਨ ਵਾਸਤੇ। ਸਿੱਧੀ ਜਿਹੜੀ ਮੱਝ ਵਾਲੀ ਗੱਲ ਆ ਨਾ, ਜਿਹੜੀਆਂ ਗੱਲਾਂ ਕਰਨੀਆਂ ਮੈਨੂੰ ਬਾਹਲੀ ਕਿਊਟ ਲੱਗਦੀ ਆ ਕਿਉਂਕਿ ਮੈਨੂੰ ਬਚਪਨ ਦੀ ਯਾਦ ਆ ਜਾਂਦੀ ਹੈ। ਅਸੀਂ ਸ਼ਹਿਰ ਦੇ ਵਿੱਚ ਰਹਿੰਦੇ ਸੀ ਪਰ ਸਾਡੇ ਤਾਂ ਵੀ ਪਸ਼ੂ ਰੱਖੇ ਹੁੰਦੇ ਸੀ, ਹੈ ਨਾ, ਡੰਗਰ ਰੱਖੇ ਹੁੰਦੇ ਸੀ। ਤੇ ਸਾਡੇ ਇੱਕ ਕਹਿੰਦੇ ਨੇ ਨਾ ਕਿ ਦੇਸੀ ਗਾਵਾਂ ਬਹੁਤ ਸਿਆਣੀਆਂ ਹੁੰਦੀਆਂ, ਹੈ ਨਾ। ਸੋ ਸਾਡੀ ਇੱਕ ਗਾਂ ਨੇ ਕੀ ਕਰਨਾ, ਸਾਡੇ ਲਿਵਿੰਗ ਰੂਮ ਦੇ ਵਿੱਚ ਵੱਡਾ ਸਾਰਾ ਸ਼ੀਸ਼ਾ ਲੱਗਿਆ ਹੁੰਦਾ ਸੀ, ਡਰੈਸਿੰਗ ਮਿਰਰ, ਹੈ ਨਾ। ਤੇ ਉਹਨੇ ਜਦੋਂ ਇੱਕ ਪਾਸੇ ਖੋਲ੍ਹਣਾ, ਸਾਡਾ ਘਰ ਕਾਫੀ ਮਤਲਬ ਉੱਪਰ ਦੀ ਜਾ ਕੇ ਇੱਦਾਂ ਇੱਕ ਪਾਸੇ ਦੂਸਰੇ ਪਾਸੇ ਜਾ ਸਕਦੇ ਸੀ ਨਾ, ਪੂਰੇ ਉੱਪਰ ਦੀ ਘਰ ਦੇ ਘੁੰਮ ਜਾਂਦੇ ਆ। ਤੇ ਉਹਨੂੰ ਜਦੋਂ ਖੋਲ੍ਹਣਾ ਧੁੱਪ ਚੋਂ ਵੀ ਇਹ ਛਾਂ 'ਚ ਇਹਨੂੰ ਬੰਨ੍ਹ ਦੀਏ ਤਾਂ ਉਹਨੇ ਪਹਿਲਾਂ ਉਹ ਲਿਵਿੰਗ ਰੂਮ ਦੇ ਵਿੱਚ ਜਾ ਕੇ ਡਰੈਸਿੰਗ ਟੇਬਲ ਦੇ ਅੱਗੇ ਖੜ੍ਹ ਕੇ ਪਹਿਲਾਂ ਆਪਣੇ ਆਪ ਨੂੰ ਦੇਖਣਾ ਐਨ ਚੰਗੇ 2-4 ਮਿੰਟ ਉਹਨੇ ਖੜੀ ਰਹਿਣਾ ਐਵਰੀ ਟਾਈਮ। ਸ਼ੀਸ਼ਾ ਦੇਖ ਕੇ ਉਹਨੇ ਆਪਣੇ ਆਪ ਨੂੰ ਐਨ ਨਿਹਾਰ ਕੇ, ਸੋਹਣੀ ਵੀ ਬਹੁਤ ਸੀਗੀ ਸਾਡੀ ਗਾਂ, ਤੇ ਉਹਨੇ ਫੇਰ ਅੱਗੇ ਜਾਣਾ। ਸੋ ਇੰਨੇ ਸਿਆਣੇ ਪਸ਼ੂ ਹੁੰਦੇ ਸੀ। ਐਂਡ ਜਿਵੇਂ ਇਹਦੇ ਵਿੱਚ ਦੱਸਿਆ ਗਿਆ ਕਿ ਉਹ ਆਪਣੇ ਪਸ਼ੂਆਂ ਦੇ ਨਾਲ ਗੱਲਾਂ ਕਰਦਾ ਸੀਗਾ, ਸਾਡੀ ਮੰਮੀ ਵੀ ਐਂ ਕਰਦੀ ਸੀ, ਉਹਨੇ ਗੱਲਾਂ ਕਰੀ ਜਾਣੀਆਂ ਉਹਨਾਂ ਨਾਲ। ਅਸੀਂ ਖਿਝ ਜਾਣਾ, ਅਸੀਂ ਕਹਿਣਾ ਮੰਮੀ ਤੁਸੀਂ ਕੀ ਇਹਨਾਂ ਨੂੰ ਸਾਡੀ ਗੱਲ ਸਮਝ ਲੱਗਦੀ ਹੈ? ਹੋਰ ਕੀ, ਸਾਰੀ ਗੱਲ ਸਮਝ ਲੱਗਦੀ ਹੈ ਇਹਨਾਂ ਨੂੰ। ਔਰ ਇੱਕ ਪਹਿਲੂ ਤੇ ਜਿਸ ਚਰਚਾ ਨਹੀਂ ਹੋਈ ਰਾਜਵੀਰ ਇਸ ਕਹਾਣੀ ਦੇ ਵਿੱਚ, ਉਹ ਸੀਗੀ ਕਿ ਇਹਨਾਂ ਦੋਨਾਂ ਜੀਆਂ ਦੇ ਜਿਹੜੀ ਔਲਾਦ ਨਹੀਂ ਸੀਗੀ। ਹਾਂਜੀ। ਤੇ ਜਦੋਂ ਔਲਾਦ ਨਹੀਂ ਸੀਗੀ ਤਾਂ ਉਹਨਾਂ ਨੇ ਆਪਣੀ ਜੋਗਿੰਦਰ ਕੌਰ ਨੇ ਆਪਣੇ ਭਰਾ ਦੀ ਧੀ ਨੂੰ ਜਿਹੜਾ ਆ ਉਹ ਅਡੋਪਟ ਕੀਤਾ ਜੀ, ਹੈ ਨਾ।
ਸੋ ਇਹ ਵੀ ਇੱਕ ਮੈਂ ਦੇਖਿਆ ਕਿ ਬਹੁਤ ਸਾਰੇ ਪਰਿਵਾਰ ਇੱਦਾਂ ਹੁੰਦੇ ਸੀਗੇ ਵੀ ਜਦੋਂ ਇੱਕ ਬੱਚਾ ਜਦੋਂ ਨਹੀਂ ਹੁੰਦਾ ਤੇ ਉਹ ਇਹ ਨਹੀਂ ਸੀਗਾ ਵੀ ਜਿੱਦਾਂ ਵੀ ਕਹਿ ਲਓ ਵੀ ਅੱਜ ਕੱਲ੍ਹ ਟੈਨਸ਼ਨ ਦੇ ਵਿੱਚ ਆ ਤੇ ਕਈ ਵਾਰੀ ਬੱਚਾ ਨਹੀਂ ਹੁੰਦਾ ਤੇ ਇੱਦਾਂ ਦੇ ਕੇਸ ਵੀ ਅਸੀਂ ਦੇਖੇ ਆ ਕਿ ਪਰਿਵਾਰਿਕ ਪ੍ਰੈਸ਼ਰ ਦੇ ਵਿੱਚ ਜਿਹੜਾ ਕਈ ਵਾਰੀ ਡਿਵੋਰਸ ਕਰ ਦਿੱਤਾ ਜਾਂਦਾ ਆ ਜੀ, ਹੈ ਨਾ, ਤੇ ਜਾਂ ਦੂਸ਼ਣਬਾਜ਼ੀ ਕੀਤੀ ਜਾਂਦੀ ਹੈ। ਨਹੀਂ, ਇਸ ਜੋੜੇ ਨੇ ਦੇਖੋ ਆਪਣੀ ਧੀ ਲੈ ਕੇ ਉਹਨੂੰ ਪਾਲਿਆ ਪੋਸਿਆ ਤੇ ਨਾਲ ਫਿਰ ਉਹਦਾ ਸਮੇਂ ਸਿਰ ਉਹਦਾ ਵਿਆਹ ਵੀ ਕੀਤਾ, ਹੈ ਨਾ ਜੀ। ਸੋ ਇਦਾਂ ਦੇ ਪਰਿਵਾਰ ਵੀ ਬਹੁਤ ਸਾਰੇ ਹੁੰਦੇ ਨੇ ਔਰ ਇਹ ਇੱਕ ਬੜੀ ਵਧੀਆ ਇੱਕ ਗੱਲ ਸੀਗੀ ਜਦੋਂ ਇਸ ਤਰ੍ਹਾਂ ਭੈਣ ਭਰਾ ਦਾ ਕੋਈ ਬੱਚਾ ਲੈ ਕੇ ਵੀ ਜਿਹੜਾ ਆ ਗੋਦ ਲੈ ਕੇ ਤੇ ਉਸਨੂੰ ਪਾਲਣਾ ਪੋਸਣਾ ਤੇ ਆਪਣੇ ਬੱਚਿਆਂ ਵਾਂਗੂ ਰੱਖਣਾ, ਹੈ ਨਾ, ਤੇ ਉਸ ਨੂੰ ਜਿਹੜਾ ਜੀ ਬਿਲਕੁਲ ਉਸੇ ਤਰ੍ਹਾਂ ਬੱਚਿਆਂ ਦਾ ਜਿਹੜਾ ਪਿਆਰ ਦੇਣਾ। ਸੋ ਸਾਡੇ ਨਾਲ ਕਾਲਰ ਨੇ ਜੀ, ਆਪਾਂ ਉਹਨਾਂ ਨਾਲ ਕਰਦੇ ਹਾਂ ਜੀ ਗੱਲਬਾਤ। 6599 ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ। ਕਹਾਣੀ ਕਾਫੀ ਕਹਿੰਦੇ ਦਿਲ ਟੁੰਬੀ ਕਹਾਣੀ ਜੀ। ਤੇ ਜਿਹੜੀ ਮਤਲਬ ਆ ਭਾਜੀ ਨੇ ਹੁਣੇ ਗੱਲ ਕਹੀ ਨਾ ਵੀ ਉਹ ਜਿੱਦਾਂ ਬੱਚਾ ਲੈ ਕੇ ਪਾਲਦੇ ਸੀ, ਉਹ ਇੱਕ ਸਬਰ ਸੰਤੋਖ ਹੁੰਦਾ ਸੀ ਜੀ। ਉਹ ਮਤਲਬ ਹੁਣ ਵੀ ਸ਼ਾਇਦ ਮਤਲਬ ਹੋਊਗਾ 1-2%, ਪਰ ਉਹਨਾਂ ਜ਼ਮਾਨਿਆਂ 'ਚ ਬਹੁਤ ਮਤਲਬ ਹੁੰਦਾ ਸੀ ਜੀ। ਤੇ ਬਾਕੀ ਜਿਹੜੇ ਕੋਠੀਆਂ ਬਣਾਉਣ ਦੀ ਗੱਲ ਹੈ, ਸੁਖਦੇਵ ਸਿੰਘ ਉਹਨਾਂ ਨੂੰ ਜ਼ਿਆਦਾ ਪਤਾ ਵੀ ਦੁਆਬੇ 'ਚ ਪਹਿਲਾਂ ਤੇ ਉਹ ਮੈਂ ਕਹਿੰਦਾ ਹੁੰਦਾ ਸੀ ਵੀ ਉਹ ਖੋਤਿਆਂ ਦੇ ਰਹਿਣ ਨੂੰ ਬਣਾਈਆਂ ਸੀ। ਹੁਣ ਉਹ ਖੋਤੇ ਹੈ ਨਹੀਂ, ਹੁਣ ਕੁੱਤਿਆਂ ਦੇ ਰਹਿਣ ਨੂੰ ਤੇ ਜਿਹੜਾ ਸਮਾਨ ਆ ਉਹ ਚੋਰੀ ਕਰਕੇ ਲੈ ਜਾਂਦੇ। ਜਦੋਂ ਇਹ ਕੋਈ ਜਾਂਦੇ ਸਾਲ 2 ਸਾਲ ਬਾਅਦ ਟੂਟੀਆਂ ਸਾਰੀਆਂ ਲਾਈਆਂ ਹੁੰਦੀਆਂ, ਸਭ ਕੁਝ ਲਾਇਆ ਹੁੰਦਾ, ਇਮੋਸ਼ਨਲ ਹੋ ਕੇ ਬਣਾ ਲੈਂਦੇ, ਪਰ ਮਤਲਬ ਪੈਸਾ ਹੀ ਖਰਾਬ ਕਰਨ ਵਾਲੀ ਗੱਲ ਹੈ ਜੀ। ਬਿਲਕੁਲ ਠੀਕ ਕਹਿ ਰਹੇ ਤੁਸੀਂ ਕਿ ਉੱਥੇ ਤਾਂ ਹੁਣ ਟੂਟੀਆਂ ਗ੍ਰਿਲਾਂ ਸਾਰਾ ਕੁਛ ਲਾ ਕੇ ਉਹ ਲੈ ਜਾਂਦੇ ਨੇਗੇ ਤੇ ਜਦੋਂ ਜਾਂਦੇ ਆ ਤੇ ਫਿਰ ਉੱਥੇ ਬਸ ਕੱਲਾ ਇੱਟਾਂ ਹੀ ਮਿਲਦੀਆਂ ਨੇ। ਜੇ ਉਹਨਾਂ ਦਾ ਬੱਸ ਚੱਲੇ ਮੈਨੂੰ ਲੱਗਦਾ ਇੱਟਾਂ ਵੀ ਲਾ ਕੇ ਉਹ ਤੋੜ ਕੇ ਲੈ ਜਾਣ ਨਾਲ ਹੀ। ਜਦੋਂ ਜਾਂਦੇ ਜੀ ਹਰ ਵਾਰੀ 2-4 ਲੱਖ ਲਾ ਕੇ ਆ ਜਾਂਦੇ ਆ। ਬਿਲਕੁਲ। ਇੱਕ ਮੈਂ ਹੋਰ ਨਾਲ ਦੱਸਣਾ ਹੈ ਜੀ, ਜਿੱਦਾਂ ਤੁਸੀਂ ਮੱਝ ਨਾਲ ਗੱਲ ਕਰਦੇ, ਸਾਡੇ ਕੋਲ ਇੱਕ ਸੂਰ ਹੁੰਦਾ ਸੀ ਜੀ, ਅਸੀਂ ਪਾਲਿਆ। ਅੱਛਾ ਜੀ। ਤੇ ਉਹਦਾ ਨਾਂ ਅਸੀਂ ਰੱਖਿਆ ਸੀ ਬਿੱਲੂ। ਤੇ ਉਹਨੂੰ ਅਸੀਂ ਇੱਦਾਂ ਨਾ ਖੁੱਲ੍ਹਾ ਛੱਡ ਦਿੰਦੇ ਹੁੰਦੇ, ਜੋ ਮਰਜ਼ੀ ਕਣਕ ਦੇ ਸੀਜ਼ਨ 'ਚ ਕਣਕ ਖਾਵੇ, ਝੋਨੇ ਸੀਜ਼ਨ ਝੋਨਾ ਖਾਵੇ, ਜੋ ਮਰਜ਼ੀ। ਉਹ ਕਾਫੀ 1.5 ਕੁਇੰਟਲ ਦਾ ਹੋ ਗਿਆ ਸੀ। ਅੱਛਾ ਜੀ। ਉਹ ਭਾਵੇਂ ਉਹਨੇ 10 ਕਿੱਲੇ ਦੂਰ ਹੋਣਾ ਨਾ, ਉਹਨੂੰ ਅਸੀਂ ਆਵਾਜ਼ ਮਾਰਨੀ ਬਿੱਲੂ ਬਿੱਲੂ, ਉਹਨੇ ਹੀ ਕਰਦੇ ਦੌੜੇ ਨੇ ਆਉਣਾ ਜੀ। ਬਿਲਕੁਲ। ਭਾਜੀ ਸਾਹਿਬ ਸਮਝਦੇ ਸੀ ਜਾਨਵਰ, ਹੁਣ ਵੀ ਸਮਝਦੇ ਨੇਗੇ, ਹੁਣ ਵੀ ਬਹੁਤ ਸਾਰੇ ਇੱਦਾਂ ਦੇ। ਥੈਂਕ ਯੂ। ਬਹੁਤ ਸਾਰੇ ਲੋਕ ਨੇ ਸੁਤੇ ਜਿਹੜੇ ਪੰਛੀਆਂ ਨਾਲ ਜਾਨਵਰਾਂ ਦੇ ਨਾਲ ਗੱਲਾਂ ਕਰਦੇ ਨੇ ਤੇ ਉਹਨਾਂ ਦੀ ਭਾਸ਼ਾ ਵੀ ਸਮਝਦੇ ਨੇਗੇ। ਇਹ ਬਿਲਕੁਲ ਇੱਕ ਲੈਂਗੁਏਜ ਹੈ। ਕੁਝ ਕੁ ਰਿਕਾਰਡਡ ਸੰਦੇਸ਼ ਲੈ ਲਈਏ ਤੇ ਫਿਰ ਆਉਂਦੇ ਆ ਸੰਦੀਪ ਵਾਪਸ ਤੇ ਤੁਹਾਡੀ ਗੱਲਬਾਤ ਸੁਣਦੇ ਆ। ਸੋ ਕਾਲਰ ਨੇ ਸਾਡੇ ਨਾਲ ਜਿਹੜੇ ਉਹ ਹੋਲਡ ਕਰਕੇ ਰੱਖਿਓ ਜੀ। ਸਾਡੇ ਇੰਟਰਨੈਟ ਦਾ ਤਾਂ ਪੱਠਾ ਹੀ ਬਹਿ ਗਿਆ। ਬੱਚਿਆਂ ਨੇ ਪੜ੍ਹਾਈ ਵੀ ਕਰਨੀ ਹੈ, ਮੇਰੇ ਸੀਰੀਅਲ ਤੇ ਪਾਪਾ ਦੀਆਂ ਖਬਰਾਂ, ਹਾਏ ਹਾਏ IPTV ਵੀ ਨਹੀਂ ਚੱਲ ਰਿਹਾ। ਦੁਖੀ ਆ ਗਈ ਆ ਮੈਂ ਇਸ ਇੰਟਰਨੈਟ ਤੋਂ। ਮੈਂ ਕਿਹਾ ਦੁਖੀ ਕਿਉਂ ਹੁੰਨੀ ਏ, ਮੈਂ ਹੁਣੇ ਚੱਲਾਂ ਵਨ ਟੱਚ ਕਮਿਊਨੀਕੇਸ਼ਨ ਵਾਲਿਆਂ ਕੋਲ। ਘਰ ਲਈ ਵਧੀਆ ਇੰਟਰਨੈਟ ਦਾ ਪਲਾਨ ਵੀ ਲਵਾਉਣਾ ਤੇ ਨਾਲੇ USA ਕੈਨੇਡਾ ਵਾਲਾ ਸੈੱਲਫੋਨ ਦਾ ਪਲਾਨ ਵੀ ਲੈ ਕੇ ਆਉਣਾ। ਮੰਮੀ ਜੀ ਦੇ ਲਈ ਘਰ ਵਾਲਾ ਲੌਂਗ ਡਿਸਟੈਂਸ ਪਲਾਨ ਵੀ ਲਵਾ ਲਿਓ ਤੇ ਮੈਂ ਵੀ ਆਪਣੇ ਫੋਨ ਤੇ ਐਪ ਪਾ ਕੇ ਇੰਡੀਆ ਗੱਲਾਂ ਕਰ ਲਿਆ ਕਰੂੰ। ਹਾਂਜੀ ਠੀਕ ਹੈ, ਤੁਹਾਡਾ ਕੋਈ ਬਿਜ਼ਨਸ ਹੈ ਤਾਂ ਬੈਸਟ ਇੰਟਰਨੈਟ ਪਲਾਨ ऑनलाइन प्लान ਲਈ ਅੱਜ ਹੀ ਕੰਟੈਕਟ ਕਰੋ ਵਨ ਟੱਚ ਕਮਿਊਨੀਕੇਸ਼ਨ ਵਾਲਿਆਂ ਨੂੰ 9052033636 ਤੇ 9052033636 ਤੇ। Oi! When this 2.5 kg hand falls on someone, he doesn't get up, he goes up. Missing that desi flavor? Come to Sweet Mahal. जितने साल मखनी, मिक्स वेज, मलाई कोफ्ता, चना टिक्की, आलू पूरी, तंदूरी, वेज, नॉन वेज डिशेस की वैरायटी ऐसी कि जो भी खाओगे वाह वाह कहते जाओगे। हम माड़ा जा शुद्ध खोए दी मिठाइयां नाल मुंह मिठा भी कर जियो। For dining, take out or catering, visit tasty flavor da देसी destination Sweet Mahal in Rexdale 416 616 9191. Also order online at sweetmahal.ca and get points at every order. Sweet Mahal. ਕੁਝ ਦੋਸਤਾਂ ਤੇ ਗੁਆਂਢੀਆਂ ਨੂੰ ਮਿਲਣਾ, ਕੰਮ ਤੋਂ ਬਾਅਦ ਸਹਿਕਰਮੀਆਂ ਨਾਲ ਸਮਾਂ ਬਿਤਾਉਣਾ, ਕਿਸੇ ਦੋਸਤ ਦੇ ਵਿਆਹ ਵਿੱਚ ਜਾਣਾ, ਇਹ ਸਭ ਨੁਕਸਾਨਦਾਇਕ ਤਾਂ ਨਹੀਂ ਹਨ, ਪਰ ਇਹੀ ਉਹ ਚੀਜ਼ਾਂ ਹਨ ਜੋ ontario ਵਿੱਚ COVID-19 ਮਾਮਲਿਆਂ ਦੇ ਮਹੱਤਵਪੂਰਨ ਵਾਧੇ ਵਿੱਚ ਯੋਗਦਾਨ ਪਾ ਰਹੀਆਂ ਹਨ। ਸਮੂਹਿਕ ਤੌਰ ਤੇ ਫੈਲਾਅ ਕਾਰਨ ਬਹੁਤ ਲੋਕ ਬਿਮਾਰ ਹੋ ਰਹੇ ਹਨ, ਜਿਸ ਨਾਲ ਸਾਡੇ ਹਸਪਤਾਲਾਂ ਦਾ ਮਰੀਜ਼ਾਂ ਨਾਲ ਭਰਨ ਦਾ ਖਤਰਾ ਹੈ ਅਤੇ ਇਹ ਸਭ ਨੂੰ ਜੋਖਮ ਵਿੱਚ ਪਾ ਰਿਹਾ ਹੈ। ਟੀਕੇ ਸਾਡੀ ਰੱਖਿਆ ਵਿੱਚ ਸਹਾਇਤਾ ਕਰਨਗੇ, ਪਰ ਜਦੋਂ ਤੱਕ ਇਹ ਸਾਰਿਆਂ ਲਈ ਉਪਲਬਧ ਨਹੀਂ ਹੋ ਜਾਂਦੇ, ਸਾਨੂੰ ਸਭ ਨੂੰ ਜਨਤਕ ਸਿਹਤ ਸਲਾਹ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ। ਭਾਵ ਸਿਰਫ ਜ਼ਰੂਰੀ ਕਾਰਨਾਂ ਲਈ ਹੀ ਘਰ ਤੋਂ ਬਾਹਰ ਨਿਕਲਣਾ ਹੋਏਗਾ, ਜਿਵੇਂ ਕਿ ਕਰਿਆਨਾ ਖਰੀਦਣ ਲਈ। ਘਰ ਰਹੋ, ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ontario ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
You're listening to CIRF 1350 AM Brampton, Radio Humsafar. ਜੀ ਇੱਕ ਵਾਰੀ ਫੇਰ ਸਵਾਗਤ ਹੈ ਪ੍ਰੋਗਰਾਮ ਰੰਗ ਪਰਦੇਸੀ ਦੇ ਨਾਲ ਜੁੜੇ ਸਾਰੇ ਲਿਸਨਰਸ ਦਾ। ਤੇ ਹੁਣ ਬਹੁਤ ਸਾਰੇ ਕਾਲਰ ਵੀ ਨੇ ਸਾਡੇ ਨਾਲ ਜੁੜੇ ਹੋਏ, ਸੋ ਥੋੜੀ ਗੱਲਬਾਤ ਕਰ ਲੈਂਦੇ ਹਾਂ ਤੇ ਫਿਰ ਸੰਦੀਪ ਤੋਂ ਵਿਦਾ ਲੈਂਦੇ ਹਾਂ ਤੇ ਅਗਲੀ ਸੈਗਮੈਂਟ ਸ਼ੁਰੂ ਕਰਾਂਗੇ। ਲਓ ਜੀ, ਫਰਸਟ ਕਾਲ 0457। ਹਾਂਜੀ, ਮੈਂ ਗੱਲ ਬੋਲ। ਹਾਂਜੀ, ਸਤਿ ਸ਼੍ਰੀ ਅਕਾਲ। ਮੈਂ ਵੀ ਇੱਕ ਤੀਜਾ ਦੀ ਭੈਣ ਦੇ। ਹਾਂਜੀ, ਤੁਹਾਡੀ ਆਵਾਜ਼ ਨਹੀਂ ਪ੍ਰੋਪਰ ਸੁਣ ਰਹੀ। ਮੈਂ ਇੱਕ ਤੀਜਾ ਦੀ ਭੈਣ ਨੂੰ ਦਿੱਤੀ, ਮੇਰੀਆਂ 3 ਬੇਟੀਆਂ ਹੋ ਗਈਆਂ ਸੀ ਜੀ। ਤੇ ਉਸਨੇ ਜੀ ਰੱਖ ਮੈਨੂੰ ਦੇ ਦੇ, ਉਹਦੇ ਬੱਚਾ ਹੈ ਨਹੀਂ। ਤੇ ਹੁਣ ਤੱਕ ਉਹਨੇ ਨੇਪਾਲੀ ਦੇਰ ਮੈਂ ਵਿਆਹ ਸੀ, ਉਹਨੇ ਨਾ ਸਕੂਲ ਦੇ ਵਿੱਚ ਮੇਰਾ ਲਿਖਾਤਾ। ਇਸ ਕਰਕੇ ਉਹਨੇ ਤੇ ਮੈਨੂੰ ਕੈਨੇਡਾ ਸੱਦਿਆ, ਮੈਂ ਕੈਨੇਡਾ ਵਿਆਹ ਤਾ। ਹੁਣ ਉਹ ਗਈ ਜੀ ਆਪਣੇ ਮਾਂ ਬਾਪ ਕੋਲ। ਉਹ ਥੋੜੇ ਬਜ਼ੁਰਗ ਹੋ ਗਏ, ਮੈਂ 6 ਮਹੀਨੇ ਲਾ ਕੇ ਆ ਉਹਨਾਂ ਕੋਲ। ਤੇ ਉਹਨਾਂ 2-3 ਵਾਰੀ ਸੱਦਿਆ ਵੀ ਇੱਥੇ ਜੀ, ਇੱਥੇ ਮਿਲ ਕੇ ਗਏ ਸਾਰਿਆਂ ਨੂੰ। ਇਹ ਮਹੀਨੇ ਰਹਿ ਕੇ ਜਾਂਦੇ ਰਹੇ ਜੀ। ਪਰ ਉਹ ਦੁੱਖ ਹੈ ਜੇ ਉਹ ਆਪਦੇ ਨਾਂ ਖਵਾ ਲੈਂਦੇ, ਫਿਰ ਉਹ ਉੱਥੇ ਆਉਂਦੇ ਰਹਿੰਦੇ। ਉਹਨਾਂ ਨੇ ਨਾਂ ਸਕੂਲ ਦੇ ਵਿੱਚ ਮੇਰਾ ਲਿਖਾ ਦਿੱਤਾ। ਮੇਰਾ ਪਰਿਵਾਰ ਹੈ, ਫਿਰ ਉਹਨਾਂ ਨੂੰ ਮੈਂ ਸੱਦਿਆ ਜੀ। ਭਰਾ ਦਾ ਰਸਤਾ ਤਾਂ ਖਾਣੇ ਪੈਂਦੇ। ਬਿਲਕੁਲ ਜੀ, ਬਿਲਕੁਲ ਅੰਕਲ। ਅੰਕਲ ਸਾਡੇ ਭਾਵੁਕ ਹੋ ਗਏ ਨੇ। ਹੁਣ ਗੱਲ ਵੀ ਭਾਵੁਕ ਵਾਲੀ ਹੈ ਜੀ, ਕਹਾਣੀ ਏਦਾਂ ਆ ਤੇ ਵਿੱਚ ਬਿਲਕੁਲ ਜੀ। ਅੰਕਲ ਤੁਸੀਂ ਮਨ ਜਿਹੜਾ ਆ, ਇਹ ਪਰਮਾਤਮਾ ਨੇ ਐਵੇਂ ਲਿਖਿਆ ਸੀ। ਦੇਖੋ, ਤੁਸੀਂ ਉਹਨਾਂ ਨੂੰ ਦੇ ਵੀ ਦਿੱਤੀ ਆਪਣੀ ਧੀ, ਪਰ ਫਿਰ ਵੀ ਜਿਹੜਾ ਆ ਉਹ ਐਂਡ ਤੇ ਤੁਹਾਨੂੰ ਹੀ, ਤੁਹਾਡੇ ਨਾਲ ਹੀ ਆ ਉਹ, ਤੇ ਤੁਸੀਂ ਉਹਨਾਂ ਨੂੰ ਚਲੋ ਫਿਰ ਵੀ ਤੁਹਾਡਾ ਬਹੁਤ ਵੱਡਾ ਦਿਲ ਹੈ ਕਿ ਤੁਸੀਂ ਉਹਨਾਂ ਨੂੰ ਫਿਰ ਵੀ ਇੱਥੇ ਬੁਲਾਉਂਦੇ ਹੋ, ਆਪਣੀ ਬੱਚੀ ਨੂੰ ਉਹਨਾਂ ਨੂੰ ਮਿਲਾਉਂਦੇ ਹੋ। ਸੋ ਬਹੁਤ ਥੈਂਕ ਯੂ ਅੰਕਲ ਜੀ, ਸ਼ੁਕਰੀਆ। ਜਿਉਂਦੇ ਵਾਸਤੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ। ਨੈਕਸਟ ਕਾਲ ਜੀ। ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕਹਾਣੀ ਸੁਣੀ ਜੀ, ਕਹਾਣੀ ਬਹੁਤ ਅਸਲੀਤ ਆਮ ਹੁੰਦੀ ਏਦਾਂ ਜੀ। ਤੇ ਬਾਕੀ ਪਸ਼ੂਆਂ ਬਾਰੇ ਤਾਂ ਜਿਹੜਾ ਤੁਸੀਂ ਮੱਝ ਦੀ ਗੱਲ ਕੀਤੀ ਆ, ਤੇ ਸਾਡਾ ਵੀ ਪਸ਼ੂਆਂ ਨਾਲ ਬਹੁਤ ਪਿਆਰ ਹੁੰਦਾ ਸੀਗਾ ਜੀ। ਅਸੀਂ ਪਸ਼ੂ ਕਾਫੀ ਰੱਖੇ, ਮੱਝਾਂ ਵੀ, ਬਲਦ ਵੀ, ਤੇ ਇੱਕ ਸਾਡੇ ਹੋਰ ਜਿੱਦਾਂ ਇੱਕ ਕੁੱਤਾ ਤੇ ਬਿੱਲਾ ਰੱਖੇ ਹੁੰਦੇ ਸੀਗੇ। ਹੈਲੋ, ਸੁਣਦੇ? ਹਾਂਜੀ, ਸੁਣ ਰਹੇ ਆ। ਕੁੱਤੇ ਨੇ ਆਮ ਕਰਕੇ, ਬਿੱਲੇ ਨੇ ਆਮ ਕਰਕੇ ਕੁੱਤੇ ਦੇ ਪੁੱਛਤੇ ਪੈਣਾ। ਉਹਨਾਂ ਦਾ ਇੰਨਾ ਪਿਆਰ ਸੀਗਾ ਨਾ, ਕਿਸੇ ਜਾਨਵਰ ਨੂੰ ਲੱਗ ਨਹੀਂ ਲੱਗਣ ਦਿੰਦੇ ਸੀ। ਉਦੋਂ ਟਿੱਕੇ ਰੋਟੀਆਂ ਰਾਟੀਆਂ ਪਈਆਂ ਰਹਿਣੀਆਂ, ਨਾ ਕੋਈ ਜਾਨਵਰ ਹੋਰ ਕੇ ਕਾਂ ਜ਼ਿਆਦਾ ਲੱਗ ਆ ਜਾਵੇ। ਤੇ ਬਾਕੀ ਆ ਘਰਾਂ ਬਾਰੇ ਜਿਹੜੀ ਗੱਲ ਕੀਤੀ ਆ, ਜੇ ਘਰ ਨਹੀਂ ਚੰਗਾ ਪਾਉਂਦੇ, ਲੋਕੀ ਵੀ ਟਿਕਣ ਦਿੰਦੇ ਉੱਥੇ। ਦੇਖੋ ਜੀ, ਉਹ ਕੈਨੇਡਾ ਵਾਲਿਆਂ ਦਾ ਘਰ ਆ ਜੀ, ਬਲਿਆ ਦਾ ਘਰ ਆ, ਕਿਉਂਕਿ ਉੱਥੇ ਲੋਕਾਂ ਨੇ ਆਪ ਬਹੁਤ ਵਧੀਆ ਕੋਠੀਆਂ ਪਾਈਆਂ ਹੋਈਆਂ। ਇਸ ਕਰਕੇ ਮਾੜਾ ਮੋਟਾ ਉੱਥੇ ਕਰਨਾ ਹੀ ਪੈਂਦਾ ਆ, ਜੇ ਥਾਣਾ ਪਿਆਰ ਹੋਵੇ ਜੀ। ਬਿਲਕੁਲ, ਥੈਂਕ ਯੂ ਜੀ, ਥੈਂਕ ਯੂ। ਕਹਾਣੀ ਬਹੁਤ ਵਧੀਆ ਜੀ। ਥੈਂਕ ਯੂ। ਸੁਖਦੇਵ, ਤੁਸੀਂ ਕੁਛ ਕਹਿਣਾ? ਨਹੀਂ ਜੀ, ਥੈਂਕ ਯੂ ਜੀ। ਜੀ ਸੰਦੀਪ, ਹੁਣ ਆਪਾਂ ਰੈਪ ਅਪ ਕਰਦੇ ਹਾਂ ਕਿਉਂਕਿ ਆਪਣਾ ਸਮਾਂ ਜਿਹੜਾ ਆ ਨਹੀਂ ਦੇ ਰਿਹਾ। ਹਾਂਜੀ, ਸੋ ਬਹੁਤ ਵਧੀਆ ਲੱਗੇ ਸਾਰਿਆਂ ਦੇ ਵਿਚਾਰ ਸੁਣ ਕੇ। ਸਾਡੇ ਅੰਕਲ ਜੀ ਬਜ਼ੁਰਗ ਜੱਗੇ ਹੁਣੇ ਸਾਡੇ ਨਾਲ ਜੁੜੇ ਸੀ, ਉਹਨਾਂ ਨੇ ਵਾਕਈ ਇੰਨੀ ਭਾਵੁਕ ਜੀ ਗੱਲ ਕੀਤੀ ਹੈ ਨਾ, ਦਿਲ ਨੂੰ ਛੂਹ ਗਈ ਉਹਨਾਂ ਦੀ ਗੱਲ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਧੀ, ਆਪਣੀ ਭੈਣ ਨੂੰ ਦਿੱਤੀ ਸੀ। ਸੋ ਵਾਕਈ ਇਹ ਜਿਹੜੇ ਬੜੇ ਪਿਆਰੇ ਰਿਸ਼ਤੇ ਨੇ, ਸੋ ਹੋਰ ਵੀ ਜਿਹੜੇ ਮਜ਼ਬੂਤ ਨੇ, ਹੋਰ ਵੀ ਗੂੜੇ ਜਿਹੜੇ ਹੋ ਜਾਂਦੇ ਨੇ ਜਦੋਂ ਇਸ ਤਰੀਕੇ ਦੇ ਨਾਲ ਅਸੀਂ ਦੂਜੇ ਦਾ ਦੁੱਖ ਸਮਝ ਕੇ ਆਪਣੀ ਔਲਾਦ ਦੂਜੇ ਨੂੰ, ਆਪਣੇ ਭੈਣ ਭਰਾਵਾਂ 'ਚ ਜਾਂ ਕਿਸੇ ਨੂੰ ਵੀ ਅਸੀਂ ਦਿੰਦੇ ਹਾਂ, ਤੇ ਉਹ ਇੱਕ ਵਾਕਈ ਇਹ ਬੜੇ ਪੁਰਾਣੇ ਦੌਰ ਤੋਂ ਇਹ ਚੱਲਦਾ ਆ ਰਿਹਾ ਇਸ ਤਰੀਕੇ ਦੇ ਨਾਲ। ਸੋ ਇਹ ਬੜਾ ਖੂਬਸੂਰਤ ਚੀਜ਼ ਹੈ। ਮੈਨੂੰ ਲੱਗਦਾ ਕਿ ਸਮਾਜ 'ਚ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹਿਣੀ ਚਾਹੀਦੀ ਹੈ। ਔਰ ਦੂਜੀ ਗੱਲ ਜਿਹੜੀ ਹੈਗੀ, ਜਿਸ ਤਰ੍ਹਾਂ ਅਸੀਂ ਗੱਲ ਕੀਤੀ ਸੀ ਕਿ ਜਾਨਵਰਾਂ ਦੇ ਨਾਲ, ਪਸ਼ੂਆਂ ਦੇ ਨਾਲ ਇੰਨਾ ਪਿਆਰ ਪੈ ਜਾਂਦਾ ਹੈ ਘਰ ਦੇ ਵਿੱਚ, ਸਾਨੂੰ ਉਹ ਵੀ ਆਪਣੇ ਜੀਆਂ ਦੇ ਵਾਂਗੂ ਹੀ ਲੱਗਦੇ ਨੇ, ਤੇ ਉਹਨਾਂ ਨੂੰ ਵੀ ਐਂ ਲੱਗਦਾ ਵੀ ਅਸੀਂ ਉਹਨਾਂ ਦੇ ਪਰਿਵਾਰ ਦਾ ਇੱਕ ਹਿੱਸਾ। ਸੋ ਉਹ ਇੱਕ ਇੰਨਾ ਪਿਆਰਾ ਜਿਹਾ ਰਿਸ਼ਤਾ ਬਣ ਜਾਂਦਾ। ਮੈਨੂੰ ਯਾਦ ਆ ਰਹੀ ਸੀ ਆਪਣੀ ਬਚਪਨ ਦੀ ਗੱਲ ਕਿ ਸਾਡੇ ਘਰੇ ਇੱਕ ਬੜਾ ਪਿਆਰਾ ਜਿਹਾ ਕੁੱਤਾ ਸੀ, ਛੋਟਾ ਜਿਹਾ ਸੀਗਾ। ਉਹ ਵੱਡਾ ਹੋਇਆ, ਉਹਦਾ ਨਾਂ ਅਸੀਂ ਰੱਖਿਆ ਸੀ ਭੋਲੂ। ਉਹ ਹੈਗਾ ਤਾਂ ਸੀ ਪੂਰੇ ਕਾਲੇ ਰੰਗ ਦਾ, ਪਰ ਉਹਦੇ ਗਲ 'ਚ ਸੀਗਾ ਚਿੱਟਾ ਪਟਾ, ਕੁਦਰਤ ਵੱਲੋਂ ਹੀ। ਸੋ ਵਾਈਟ ਕਲਰ ਦਾ ਉਹਦੇ ਪਟਾ ਮਤਲਬ ਆਪਣੇ ਵੱਲੋਂ ਹੀ ਬਣਿਆ ਹੋਇਆ ਸੀਗਾ। ਤਾਂ ਉਹ ਇੰਨਾ ਸੋਹਣਾ ਸੀਗਾ, ਅਸੀਂ ਉਹਨੂੰ ਬੜਾ ਪਿਆਰ ਕਰਦੇ ਸੀ। ਔਰ ਉਹ ਇੱਕ ਸਮਾਂ ਏਦਾਂ ਦਾ ਆ ਗਿਆ ਕਿ ਉਹਨੇ ਵੱਢਣਾ ਸ਼ੁਰੂ ਕਰ ਦਿੱਤਾ ਲੋਕਾਂ ਨੂੰ।
ਇੱਕ ਦੋ ਵਾਰੀ ਵੱਢਿਆ ਤੇ ਫਿਰ ਘਰਦਿਆਂ ਨੇ ਇਹ ਡਿਸਾਈਡ ਕੀਤਾ ਵੀ ਇਹਨੂੰ ਹੁਣ ਛੱਡ ਕੇ ਆਉਣਾ ਚਾਹੀਦਾ ਕਿਤੇ, ਕਿਉਂਕਿ ਨਹੀਂ ਤਾਂ ਹੋਰਾਂ ਨੂੰ ਵੀ ਵੱਢੂਗਾ। ਤੇ ਮੇਰੇ ਵੀਰੇ ਨੇ ਉਹਨੂੰ ਦੂਰ ਜਾ ਕੇ ਕਿਤੇ ਛੱਡ ਕੇ ਆਏ ਤੇ ਯਕੀਨ ਨਹੀਂ ਹੋਇਆ ਕਿ ਦੂਜੇ ਹੀ ਦਿਨ ਉਹ ਵਾਪਸ ਖੁਦ ਬ ਖੁਦ ਘਰ ਪਰਤ ਆਇਆ ਆਪਣੇ ਆਪ ਹੀ। ਹਾਂਜੀ, ਸੋ ਆਪਣੇ ਆਪ ਫਿਰ ਆ ਗਿਆ। ਤਾਂ ਮਤਲਬ ਇੰਨਾ ਉਸਨੂੰ ਘਰ ਦੇ ਨਾਲ ਲਗਾਵ ਸੀ, ਉਸਨੂੰ ਪਤਾ ਸੀਗਾ ਕਿ ਘਰ ਇੱਥੇ ਹੈ ਤੇ ਮੈਂ ਉੱਥੇ ਜਾਣਾ ਹੈ। ਸੋ ਇਹ ਚੀਜ਼ਾਂ ਜਿਹੜੀਆਂ ਜਾਨਵਰਾਂ ਦੇ ਨਾਲ, ਪਸ਼ੂਆਂ ਦੇ ਨਾਲ ਇੱਕ ਪਿਆਰ ਹੈ, ਉਹ ਵੀ ਸਾਡਾ ਬਣ ਜਾਂਦਾ ਤੇ ਉਹਨਾਂ ਦਾ ਵੀ ਸਾਡੇ ਨਾਲ ਬਣ ਜਾਂਦਾ। ਤੀਜੀ ਗੱਲ ਜਿਹੜੀ ਹੈ ਘਰਾਂ ਦੀ, ਕੋਠੀਆਂ ਦੀ, ਹਾਂਜੀ ਇਹ ਸਾਰਿਆਂ ਦਾ ਆਪੋ ਆਪਣਾ ਨਿੱਜੀ ਮਸਲਾ ਕਹਿ ਸਕਦਾ ਹੈ, ਨਿੱਜੀ ਮਾਮਲਾ ਜਾਂ ਨਿੱਜੀ ਖੁਆਇਸ਼ ਹੁੰਦੀ ਹੈ ਸਾਰਿਆਂ ਦੀ, ਕੋਈ ਇਸਨੂੰ ਕਿਸ ਤਰੀਕੇ ਦੇ ਨਾਲ ਸੋਚਦਾ ਹੈ। ਪਰ ਮੈਂ ਇਹ ਚੀਜ਼ ਇਸ ਕਰਕੇ ਲੈ ਕੇ ਆਉਂਦੀ ਸੀਗੀ ਕਿਉਂਕਿ ਸਾਡੀ ਇੱਕ ਸਰੋਤੀ ਨੇ ਕੈਲਗਰੀ ਤੋਂ, ਔਰ ਮੈਨੂੰ ਇੱਥੇ ਪਟਿਆਲੇ ਮਿਲਣ ਲਈ ਜਦੋਂ ਉਹ ਆਏ ਤਾਂ ਉਹਨਾਂ ਨੇ ਆਪਣੀ ਜ਼ੁਬਾਨੀ ਇਹ ਗੱਲ ਕਹੀ ਕਿ ਮੈਂ ਇੱਥੇ ਸੰਦੀਪ ਮੋਗੇ 'ਚ 2 ਕਰੋੜ ਦੀ ਕੋਠੀ ਬਹੁਤ ਵੱਡੀ ਪਾ ਲਿੱਤੀ ਹੈ, ਪਰ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਮੇਰੇ ਬੱਚੇ ਹੁਣ ਇੱਥੇ ਆਉਂਦੇ ਨਹੀਂ ਤੇ ਉਹ ਹੁਣ ਉਸੇ ਤਰ੍ਹਾਂ ਦੇ ਨਾਲ ਇੰਨੀ ਵੱਡੀ ਕੋਠੀ ਖੜੀ ਕਰ ਦਿੱਤੀ ਹੈ, ਪਰ ਉਹ ਕਿਸੇ ਕੰਮ ਨਹੀਂ ਹੈ। ਤੇ ਅੱਜ ਇੰਨਾ ਪੈਸਾ ਲਗਾਉਣ ਤੋਂ ਬਾਅਦ ਮੈਨੂੰ ਅਫਸੋਸ ਹੋ ਰਿਹਾ ਹੈ ਕਿ ਇਹ ਪੈਸਾ ਜੇ ਮੈਂ ਕਿਸੇ ਗਰੀਬ ਬੱਚਿਆਂ ਨੂੰ ਵੰਡ ਦਿੰਦਾ ਤੇ ਸ਼ਾਇਦ ਉਹ ਮੈਨੂੰ ਦੁਆਵਾਂ ਦਿੰਦੇ, ਚੰਗਾ ਲੱਗਦਾ। ਤੇ ਅੱਜ ਉਹ ਬੱਚੇ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਵੀ ਤੁਸੀਂ ਕੋਠੀ ਪਾਈ ਹੈ, ਤੁਸੀਂ ਪੈਸਾ ਲਾਇਆ ਤਾਂ ਤੁਸੀਂ ਜਾ ਕੇ ਰਹੋ ਨਾ ਰਹੋ, ਸਾਨੂੰ ਉਸ ਚੀਜ਼ ਨਾਲ ਕੋਈ ਮਤਲਬ ਨਹੀਂ। ਸੋ ਕਿਤੇ ਨਾ ਕਿਤੇ ਉਸ ਚੀਜ਼ ਦਾ ਅਫਸੋਸ ਜਿਹੜਾ ਹੈ ਉਹਨਾਂ ਨੂੰ ਫਿਰ ਹੁੰਦਾ ਹੈ। ਪਰ ਹਾਂਜੀ ਕਈਆਂ ਨੂੰ ਖੁਸ਼ੀ ਹੁੰਦੀ ਆ, ਬਿਲਕੁਲ ਆਪਣਾ ਘਰ। ਜਿੱਦਾਂ ਸੁਖਦੇਵ ਭਾਜੀ ਨੇ ਕਿਹਾ ਸੀ ਨਾ, ਮੈਨੂੰ ਉਹਨਾਂ ਦੀ ਗੱਲ ਵਾਕਈ ਬੜੀ ਚੰਗੀ ਲੱਗੀ ਕਿ ਇੱਕ ਕਮਰਾ ਜਿੱਥੇ ਅਸੀਂ ਰਹਿੰਦੇ ਹਾਂ, ਜਦ ਬਚਪਨ ਦੀਆਂ ਯਾਦਾਂ ਨੇ ਉਹਨੂੰ ਉਸੇ ਤਰ੍ਹਾਂ ਰੱਖ ਕੇ ਸਾਈਡ ਤੇ ਆਪਣੀ ਇੱਕ ਕੋਠੀ ਪਾ ਲਓ ਤੁਸੀਂ, ਉਹ ਆਪਣਾ ਡ੍ਰੀਮ ਵੀ ਪੂਰਾ ਕਰ ਲਓ, ਪਰ ਉਹ ਜਿਹੜੀ ਪੁਰਾਣੀ ਯਾਦ ਆ ਉਹਨੂੰ ਉਸੇ ਤਰ੍ਹਾਂ ਬਣੇ ਰਹਿਣ ਦਿਓ। ਤੇ ਜਦੋਂ ਤੁਸੀਂ ਇੰਨੇ ਸਾਲਾਂ ਬਾਅਦ ਮੁੜ ਉੱਥੇ ਉਸ ਕਮਰੇ 'ਚ ਜਾਂਦੇ ਹੋ ਨਾ, ਤਾਂ ਬਾਕੀ ਤੁਹਾਡੇ ਦਿਲ ਨੂੰ ਜਿਹੜਾ ਸਕੂਨ ਮਿਲਦਾ। ਸੋ ਬਾਕੀ ਮੈਨੂੰ ਗੱਲਾਂ ਸੁਣ ਕੇ ਸਾਰਿਆਂ ਦੀਆਂ ਵਧੀਆ ਲੱਗਿਆ ਤੇ ਸਾਰਿਆਂ ਦੇ ਆਪੋ ਆਪਣੇ ਵਿਚਾਰ ਤੇ ਬਹੁਤ ਵਧੀਆ ਲੱਗਿਆ ਜੀ। ਜੀ ਬਹੁਤ ਸ਼ੁਕਰੀਆ ਸੰਦੀਪ। ਸੋ ਅੱਜ ਦੀ ਜਿਹੜੀ ਇਹ ਸੈਗਮੈਂਟ ਹੈ ਆਪਾਂ ਇੱਥੇ ਸਮਾਪਤ ਕਰਦੇ ਹਾਂ। ਸੋ ਅਗਲੇ ਵੀਕਐਂਡ ਤੇ ਫਿਰ ਤੁਹਾਡੇ ਨਾਲ ਸਾਂਝ ਪਾਵਾਂਗੇ। ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।